ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਦੇਸ਼ ਭਰ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਗਏ ਔਰ ਬਕਾਇਦਾ ਨਰਿੰਦਰ ਮੋਦੀ ਹੋਣਾ ਨੇ ਇਸ ਮੌਕੇ ਦੇ ਉੱਤੇ ਲਾਲ ਕਿਲ੍ਹੇ ਦੇ ਉੱਤੇ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਤਕਰੀਰ ਕੀਤੀ ਗਈ, ਉਹ ਤਕਰੀਰ ਬੜੀ ਚਰਚਾ ਦੇ ਵਿੱਚ ਹੈ। ਔਰ ਚਰਚਾ ਖਾਸ ਕਰਕੇ ਇਸ ਗੱਲ ਲਈ ਕਿ ਉਹਨਾਂ ਨੇ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਸੰਕਲਪ ਲਿਆ। ਉਸ ਦੇ ਨਾਲ ਉਹਨਾਂ ਨੇ 5 ਸੰਕਲਪ ਹੋਰ ਲੈਣ ਦੀ ਗੱਲ ਕਹੀ ਹੈ, ਜਿਨ੍ਹਾਂ ਦੇ ਵਿੱਚ ਨਾਗਰਿਕਾਂ ਦੇ ਫਰਜ਼ ਹੈ, ਜਿਨ੍ਹਾਂ ਦੇ ਵਿੱਚ ਸਾਰੇ ਭਾਰਤ ਦੀ ਏਕਤਾ ਇਕਜੁੱਟਤਾ ਦੀ ਗੱਲ ਕੀਤੀ ਹੈ, ਵਿਰਾਸਤ ਨੂੰ ਸਾਂਭਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ 3 ਹੋਰ ਗੱਲਾਂ ਕਹੀਆਂ। ਇੱਕ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ, ਪਰਿਵਾਰਵਾਦ ਦੇ ਖਿਲਾਫ ਲੜਾਈ ਤੇ ਭਾਈ ਭਤੀਜਾਵਾਦ ਦੇ ਖਿਲਾਫ ਲੜਾਈ। ਇਹਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਹੈ। ਔਰ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਉਹ ਪਰਿਵਾਰਵਾਦ ਦੀ ਗੱਲ ਕਰ ਰਹੇ ਆ, ਚਾਹੇ ਭਾਈ ਭਤੀਜਾਵਾਦ ਦੀ ਗੱਲ ਕਰ ਰਹੇ ਆ, ਉਹ ਸਿਰਫ ਰਾਜਸੀ ਖੇਤਰ ਦੀ ਗੱਲ ਨਹੀਂ ਕਰਦੇ, ਬਾਕੀ ਖੇਤਰਾਂ ਦੀ ਵੀ ਗੱਲ ਉਹ ਇਸ ਦੇ ਨਾਲ ਕਹਿ ਰਹੇ। ਤੇ ਭ੍ਰਿਸ਼ਟਾਚਾਰ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਜਿਨ੍ਹਾਂ ਨੇ ਲੁੱਟਿਆ ਹੈਗਾ ਦੇਸ਼ ਨੂੰ, ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਲੁੱਟ ਦੀ ਹੈਗਾ ਪੈਸਾ ਉਹ ਵੀ ਵਾਪਸ ਲਿਆਂਦਾ ਜਾਵੇ। ਔਰ ਭ੍ਰਿਸ਼ਟਾਚਾਰ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਵੇ ਕਿ ਇਸ ਨੂੰ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ਸੋ ਇਹਨਾਂ ਗੱਲਾਂ ਤੇ ਉਹਨਾਂ ਨੇ ਜ਼ੋਰ ਦਿੱਤਾ। ਅਸੀਂ ਅੱਜ ਇਹਨਾਂ ਗੱਲਾਂ ਤੇ ਹੀ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖਾਲਦ ਜੀ, ਤੇ ਨਾਲ ਉਹਨਾਂ ਨੇ ਉੱਘੇ ਬੁੱਧੀਜੀਵੀ ਸਤਨਾਮ ਚਾਨਾ ਜੀ। ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਇਹ ਦੇਸ਼ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ, ਉਸ ਦੇ ਉਹ ਕੀ ਅਰਥ ਲੈਂਦੇ ਨੇ ਤੇ ਉਹ ਉਸ ਨੂੰ ਇਸ ਮੌਜੂਦਾ ਪਰਿਸਥਿਤੀਆਂ ਦੇ ਵਿੱਚ, ਜਿਸ ਵਿੱਚ ਦੇਸ਼ ਦੀ ਆਰਥਿਕ ਹਾਲਤ ਮਾੜੀ ਹੈ, ਰਾਜਸੀ ਤੌਰ ਤੇ ਬੜਾ ਉਥਲ ਪੁਥਲ ਹੋਈ ਹੈ, ਸਮਾਜਿਕ ਖੇਤਰ 'ਚ ਜਿਸ ਤਰ੍ਹਾਂ ਦੀ ਨਫ਼ਰਤ ਦੀ ਰਾਜਨੀਤੀ ਹੋ ਰਹੀ ਹੈ, ਵੰਡ ਦੀ ਰਾਜਨੀਤੀ ਹੋ ਰਹੀ ਹੈ, ਪੋਲਰਾਈਜੇਸ਼ਨ ਦੀ ਰਾਜਨੀਤੀ ਹੋ ਰਹੀ ਹੈ, ਤੇ ਉਹ ਸਾਰੀ ਸਥਿਤੀ ਦੇ ਵਿੱਚ ਉਹ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਆ। ਇਹ ਪ੍ਰੋਫੈਸਰ ਤੁਹਾਡਾ ਸਵਾਗਤ ਹੈ ਮਿਹਰਬਾਨੀ ਜੀ, ਮਿਹਰਬਾਨੀ। ਚਾਨਾ ਜੀ, ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਸ਼ੁਕਰੀਆ ਜੀ ਜੰਡੂ ਸਾਹਿਬ। ਪ੍ਰੋਫੈਸਰ, ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਲਾਲ ਕਿਲ੍ਹੇ ਤੋਂ ਇੱਕ ਸੰਦੇਸ਼ ਦਿੱਤਾ ਹੈ ਸਾਰੇ ਭਾਰਤ ਦੇ ਨਾਲ? ਜੀ ਦੇਖੋ, ਇਸ ਲੰਬੀ ਚੌੜੀ ਜਿਹੜੀ ਸਪੀਚ ਹੋਈ ਹੈ ਉਹਦੇ ਕਈ ਪਹਿਲੂ ਸਾਹਮਣੇ ਆ ਰਹੇ ਆ ਔਰ ਉਹਨੂੰ ਕਈ ਤਰੀਕੇ ਦੇ ਨਾਲ ਇੰਟਰਪ੍ਰੇਟ ਕੀਤਾ ਜਾ ਰਿਹਾ ਹੈ ਜੰਡੂ ਸਾਹਿਬ ਜੀ। ਪਹਿਲੀ ਚੀਜ਼ ਤਾਂ ਜਿਹੜੀ ਹੈਗੀ ਹੈ, ਜਿਹੜੇ 5 ਪਲੇਜਿਸ ਹੈਗੇ ਆ ਵੀ 25 ਆਉਂਦੇ ਮਤਲਬ 2047 ਤੱਕ 25 ਸਾਲਾਂ ਦੇ ਵਿੱਚ ਇਹ ਪਲੇਜਿਸ ਜਿਹੜੇ ਹੈਗੇ ਆ ਅਸੀਂ ਸਾਕਾਰ ਕਰਨੇ ਆ, ਪੂਰੇ ਕਰਨੇ ਆ। ਉਹਨਾਂ 'ਚ ਮੈਂ ਲਵਾਂਗਾ, ਪਹਿਲੀ ਗੱਲ ਹੈਗੀ ਹੈ ਡਿਵੈਲਪਡ ਇੰਡੀਆ ਦੀ। ਉਹਨਾਂ ਨੇ ਗੱਲ ਕੀਤੀ ਹੈ ਜੀ। ਇੰਡੀਆ ਜਿਹੜਾ ਹੈਗਾ ਉਹ ਜਿਸ ਫਾਸਟ ਤਰੀਕੇ ਦੇ ਨਾਲ ਪਿਛਲੇ 75 ਸਾਲ ਦੇ ਵਿੱਚ ਚੇਂਜ ਆਈ ਹੈ ਜਿਹੜੀ ਇੰਡੀਆ ਦੇ ਵਿੱਚ, ਉਹ ਹੋਰ ਕਿਸੇ ਜਗ੍ਹਾ ਤੇ ਨਹੀਂ ਮਿਲਦੀ। ਇੰਨੀ ਫਾਸਟ ਚੇਂਜ, ਖਾਸ ਤੌਰ ਪਰ ਇੰਡਸਟਰੀਲਾਈਜੇਸ਼ਨ, ਸਾਇੰਸ ਐਂਡ ਟੈਕਨੋਲੋਜੀ, ਉਹ ਉਸ ਚੀਜ਼ ਦਾ ਸਿੱਟਾ ਹੈਗਾ ਜਿਹੜਾ ਕਿ 1947 ਤੇ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼ੁਰੂ ਕੀਤਾ, ਜਿਨ੍ਹਾਂ ਨੇ ਕਿਹਾ ਕਿ ਲੈਬੋਰਟਰੀਆਂ ਹੀ ਸਾਡੇ ਮੰਦਰ ਹੈ। ਉੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ। ਡਿਵੈਲਪਮੈਂਟ ਦੀ ਜਦ ਤੁਸੀਂ ਗੱਲ ਕਰਦੇ ਹੋ, ਡਿਵੈਲਪਮੈਂਟ ਨੂੰ ਡਿਫਾਈਨ ਕਰਨਾ ਬੜਾ ਮੁਸ਼ਕਿਲ ਹੈ, ਅੰਡਰ ਡਿਵੈਲਪਮੈਂਟ ਨੂੰ ਡਿਫਾਈਨ ਕਰਨਾ ਆਸਾਨ ਹੈ। ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਹਰ ਪੱਖੋਂ ਹੋਣੀ ਚਾਹੀਦੀ ਹੈ, ਹਰ ਤਰੀਕੇ ਨਾਲ ਹੋਣੀ ਚਾਹੀਦੀ ਹੈ। ਉਹ ਸਮਾਜਿਕ ਵਿਕਾਸ ਵੀ ਹੋਣਾ ਚਾਹੀਦਾ ਹੈ, ਆਰਥਿਕ ਵੀ ਹੋਣਾ ਚਾਹੀਦਾ ਹੈ, ਉਹ ਰਾਜਨੀਤਿਕ ਵੀ ਹੋਣਾ ਚਾਹੀਦਾ ਹੈ, ਉਹ ਇੰਡਸਟਰੀ ਦਾ ਵੀ ਹੋਣਾ ਚਾਹੀਦਾ। ਡਿਵੈਲਪ ਦਾ ਮਤਲਬ ਇਹ ਹੁੰਦਾ ਹੈ, ਡਿਵੈਲਪ ਦਾ ਮਤਲਬ ਓਵਰਆਲ ਗਰੋਥ ਹੁੰਦੀ ਹੈ, ਕਿਸੇ ਇੱਕ ਸੈਕਟਰ ਦੀ ਗਰੋਥ ਨਹੀਂ ਹੁੰਦੀ ਜੀ। ਅਗਰ ਆਪਾਂ ਇਸ ਸਿਚੁਏਸ਼ਨ ਦੇ ਵਿੱਚ ਦੇਖੀਏ ਤਾਂ ਆਪਾਂ ਦੇਖ ਰਹੇ ਹਾਂ ਕਿ ਸਾਡੀ ਜਿਸ ਦੇਸ਼ ਦੀ ਗਵਰਨੈਂਸ ਜਿਹੜੀ ਹੈਗੀ ਹੈ ਡੈਮੋਕ੍ਰੇਸੀ ਤੇ ਖੜੀ ਹੈ, ਉਹ ਡੈਮੋਕ੍ਰੇਸੀ ਨੂੰ ਕਿਵੇਂ ਢਾਹ ਲੱਗ ਰਹੀ ਹੈ। ਜਿਸ ਦੇਸ਼ ਦੀ ਪੋਲਿਟੀ ਫੈਡਰਲ ਸਟਰਕਚਰ ਦੇ ਉੱਪਰ ਖੜੀ ਹੈ, ਫੈਡਰਲ ਸਟਰਕਚਰ ਨੂੰ ਕੀ ਢਾਹ ਲੱਗ ਰਹੀ ਹੈ। ਕਿਆ ਸਾਡੀ ਪਰ ਕੈਪੀਟਾ ਇਨਕਮ ਵੱਧ ਰਹੀ ਹੈ ਜਾਂ ਘਟ ਰਹੀ ਹੈ? ਕਿਆ ਸਾਡੀ GDP ਗਰੋਥ ਜਿਹੜੀ ਹੈਗੀ, ਇਹ ਚੀਜ਼ਾਂ ਪਲੱਸ ਸਾਡੀ ਪੋਲਿਟੀ, ਸਭ ਚੀਜ਼ਾਂ ਦੇਖਣੀਆਂ ਪੈਣਗੀਆਂ। 47 ਤੱਕ 2047 ਤੱਕ ਕੀ ਹੁੰਦਾ ਹੈ,
ਉਹ ਇੱਕ ਲੰਬਾ ਹੋਇਆ, ਲੇਕਿਨ ਵੀ ਵਿਸ਼ ਕਿ ਅਸੀਂ ਅੱਗੇ ਵਧੀਏ। ਦੂਸਰਾ ਜਿਹੜਾ ਜੀ ਹੈਗਾ ਇਹ ਕਿਹਾ ਕਿ ਤੁਸੀਂ ਜਿਹੜੀ ਸਾਡੀ ਹੈਰੀਟੇਜ ਹੈ ਉਹਦੇ ਪਰ ਪ੍ਰਾਈਡ ਫੀਲ ਕਰੋ। ਹੈਰੀਟੇਜ ਸਾਡੀ ਦੋ ਤਰ੍ਹਾਂ ਦੀ ਹੈ, ਐਂਸ਼ੀਅੰਟ ਹੈਰੀਟੇਜ, ਮੈਡੀਵਲ ਹੈਰੀਟੇਜ, ਅੰਗਰੇਜ਼ਾਂ ਦੇ ਵੇਲੇ ਦੀ ਹੈਰੀਟੇਜ। ਕਿਆ ਤੁਸੀਂ ਐਂਸ਼ੀਅੰਟ ਹੈਰੀਟੇਜ ਨੂੰ ਹੈਰੀਟੇਜ ਸਮਝਦੇ ਹੋ? ਕਿਆ ਤੁਸੀਂ ਮੈਡੀਵਲ ਪੀਰੀਅਡ ਨੂੰ ਬਿਲਕੁਲ ਖਤਮ ਕਰਕੇ ਉਹਨੂੰ ਬਿਲਕੁਲ ਨਫੀ ਕਰਨਾ ਚਾਹੁੰਦੇ ਆਪਣੀ ਹੈਰੀਟੇਜ ਦੇ ਵਿੱਚੋਂ? ਇਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਹੈ। ਕਿਆ ਤੁਸੀਂ ਉਸ 600-700 ਸਾਲ ਜਿਹਦੇ ਵਿੱਚ ਚੰਗੀਆਂ ਮਾੜੀਆਂ ਹਰ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ, ਉਹ ਸਾਡੀ ਹੈਰੀਟੇਜ ਦਾ ਪਾਰਟ ਨਹੀਂ ਹੈ? ਉਹਨੂੰ ਵੀ ਓਨਾ ਹੀ ਸਾਕਾਰਨਾ ਪਏਗਾ ਜਿੰਨਾ ਆਪਾਂ ਐਂਸ਼ੀਅੰਟ ਨੂੰ ਸਾਕਾਰਦੇ ਹਾਂ। ਉਹਦੇ ਪਰ ਵੀ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ, ਔਰ ਜੋ ਚੀਜ਼ਾਂ ਮੈਡੀਵਲ ਪੀਰੀਅਡ ਦੇ ਵਿੱਚ ਹੋਈਆਂ ਕਈ, ਉਹਨਾਂ ਪਰ ਵੀ ਸਾਨੂੰ ਜਿਹੜਾ ਹੈਗਾ ਪ੍ਰਾਊਡ ਫੀਲ ਕਰਨਾ ਚਾਹੀਦਾ। ਇਸੇ ਤਰੀਕੇ ਦੇ ਨਾਲ ਯੂਨਿਟੀ ਦੀ ਉਹਨਾਂ ਨੇ ਗੱਲ ਕੀਤੀ ਹੈ। ਯੂਨਿਟੀ ਦੀ ਜੰਡੂ ਸਾਹਿਬ, ਜਿਸ ਤਰ੍ਹਾਂ ਦੀ ਯੂਨਿਟੀ ਆਪਾਂ ਇਸ ਵੇਲੇ ਦੇਖ ਰਹੇ ਹਾਂ, ਇਹ ਡਿਸਯੂਨਿਟੀ ਵੱਧ ਰਹੀ ਹੈ, ਯੂਨਿਟੀ ਘਟ ਰਹੀ ਹੈ। ਜੀ ਔਰ ਇਹ ਜਿਹੜੀ ਡਿਸਯੂਨਿਟੀ ਹੈ, ਕੋਈ ਵੀ ਸਮਾਜ, ਕੋਈ ਵੀ ਦੇਸ਼ ਜਦ ਤੱਕ ਵਿਕਾਸ ਨਹੀਂ ਕਰ ਸਕਦਾ ਜਦ ਤੱਕ ਇਨਕਲੂਸਿਵ ਗਰੋਥ ਨਾ ਹੋਵੇ। ਇਨਕਲੂਸਿਵ ਗਰੋਥ ਦਾ ਮਤਲਬ ਹੈ ਕਿ ਹਰ ਘਟਕ, ਹਰ ਵਰਗ ਜਿਹੜਾ ਹੈਗਾ ਉਹਦੇ ਵਿੱਚ ਪਾਰਟਿਸਿਪੇਟ ਕਰੇ, ਰਾਜਨੀਤੀ ਦੇ ਵਿੱਚ ਵੀ, ਸਮਾਜ ਦੇ ਵਿੱਚ ਵੀ, ਇਕਨੋਮੀ ਦੇ ਵਿੱਚ ਵੀ। ਤੁਸੀਂ ਡੈਫੀਨੇਟਲੀ ਪਿਛਲੇ 8 ਸਾਲ ਦੇ ਵਿੱਚ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਬਿਲਕੁਲ ਸਾਈਡਲਾਈਨ ਕਰਕੇ, ਹਾਸ਼ੀਏ ਤੇ ਕਰਕੇ ਅਗਰ ਰਾਜਨੀਤੀ ਕਰਨਾ ਚਾਹੁੰਦੇ ਹੋ, ਜਾਂ ਉਹਨਾਂ ਨੂੰ ਦੇਸ਼ ਦੀ ਇਕਨੋਮੀ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹੋ, ਜਾਂ ਦੇਸ਼ ਦੀ ਪੋਲਿਟੀ ਚੋਂ ਬਾਹਰ ਕੱਢਣਾ ਚਾਹੁੰਦੇ ਹੋ, ਉਹਦੇ ਨਾਲ ਯੂਨਿਟੀ ਕਦੇ ਵੀ ਨਹੀਂ ਹੋ ਸਕਦੀ। ਯੂਨਿਟੀ ਦੇ ਵਿੱਚ ਇਹ ਹੈਗਾ ਕਿ ਸਭ ਲੋਕ ਇਕੱਠੇ ਹੋਣ, ਸਭ ਲੋਕ ਇੱਕ ਦੂਸਰੇ ਨੂੰ ਸਮਝਣ ਕਿ ਹਾਂ ਇਹ ਸਾਡਾ ਦੇਸ਼ ਹੈ। ਅਗਰ ਕੋਈ ਵੀ ਵਰਗ, ਕੋਈ ਵੀ ਵਿਅਕਤੀ, ਕੋਈ ਵੀ ਸਮੂਹ ਇਸ ਤੇ ਉਲਟ ਚੱਲਦਾ ਹੈ, ਉਹ ਡਿਸਯੂਨਿਟੀ ਹੋਏਗੀ। ਇਹ ਬਹੁਤ ਵੱਡੇ ਚੈਲੰਜਸ ਹੈ ਜਿਨ੍ਹਾਂ ਨੂੰ ਆਪਾਂ ਨੂੰ ਸਾਹਮਣੇ ਰੱਖਣਾ ਪਏਗਾ ਉਹਨਾਂ 5 ਪੁਆਇੰਟਾਂ ਦੇ ਵਿੱਚੋਂ, ਜਿਹੜੇ ਉਹਨਾਂ ਨੇ 5 ਪਲੇਜਸ ਜਿਹੜੇ ਉਹਨਾਂ ਨੇ ਕੀਤੇ ਹੈ। ਤਾਂ ਹੁਣ ਮੈਂ ਲਾਸਟ ਦੇ ਵਿੱਚ ਜਿਹੜੀ ਗੱਲ ਕਹਾਂਗਾ, ਉਹ ਜਿਹੜੀ ਗੱਲ ਕੀਤੀ ਹੈ ਡਿਜੀਟਲ ਮੂਵਮੈਂਟ ਹੈ। ਡਿਜੀਟਲ ਮੂਵਮੈਂਟ ਸਾਡੇ ਬਹੁਤ ਪਿਛਲੇ 6-7 ਸਾਲ ਦੇ ਵਿੱਚ ਡਿਜੀਟਲ ਗਰੋਥ ਬਹੁਤ ਜ਼ਿਆਦਾ ਹੋਈ ਹੈ, ਲੇਕਿਨ ਉਹਦੇ ਜਿਹੜੇ ਦੂਸਰੇ ਦੂਰਗਾਮੀ ਪ੍ਰਣਾਮ ਹੈ, ਜਿਹੜੀ ਆਈਸੋਲੇਸ਼ਨ ਹੈ ਵਿਅਕਤੀ ਦੀ ਹੋ ਰਹੀ, ਇੰਡੀਵਿਜੂਅਲ ਤੋਂ ਇੰਡੀਵਿਜੂਅਲ ਨਿਖੜ ਰਿਹਾ ਹੈ, ਔਰ ਅਸੀਂ ਆਪਣੇ ਆਪ ਨੂੰ ਓਵਰਲੀ ਕਮਿਊਨੀਕੇਸ਼ਨ ਟੈਕਨੋਲੋਜੀ ਨਾਲ ਜੋੜਦੇ ਜਾ ਰਹੇ ਹਾਂ, ਜਿਹੜੇ ਇੰਟਰਪਰਸਨਲ ਰਿਲੇਸ਼ਨਸ ਘਟਦੇ ਜਾ ਰਹੇ ਹਨ, ਉਹਦਾ ਵੀ ਇੱਕ ਬਹੁਤ ਵੱਡਾ ਪ੍ਰਭਾਵ ਜਿਹੜਾ ਹੈਗਾ ਉਹ ਵੀ ਦੇਖਣਾ ਪਏਗਾ। ਇਸੇ ਤਰੀਕੇ ਦੇ ਨਾਲ ਡਾਇਨਾਸਟੀ ਪੋਲਿਟਿਕਸ ਹੈ। ਯੈਸ, ਡਾਇਨਾਸਟੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ, ਲੇਕਿਨ ਅਗਰ ਕੋਈ ਵਿਅਕਤੀ ਕਿਸੇ ਵੀ ਪਰਿਵਾਰ ਚੋਂ ਜਾਂ ਕੋਈ ਇੰਡੀਵਿਜੂਅਲ ਅਗਰ ਅੱਗੇ ਵੱਧਦਾ ਹੈ, ਚਾਹੇ ਰਾਜਨੀਤੀ 'ਚ ਹੋਵੇ ਚਾਹੇ ਕਿਤੇ ਹੋਵੇ, ਉਸ ਚੀਜ਼ ਨੂੰ ਸਾਕਾਰਨਾ ਚਾਹੀਦਾ ਹੈ, ਉਸ ਚੀਜ਼ ਨੂੰ ਪ੍ਰੋੜਤਾ ਮਿਲਣੀ ਚਾਹੀਦੀ ਹੈ। ਹਾਂ, ਅਗਰ ਕੋਈ ਲੋਕਾਂ ਦੇ ਸਿਰ ਤੇ ਜਾਂ ਕਾਸਟ ਦੇ ਉੱਪਰ ਆਪਣੇ ਪਰਿਵਾਰ ਨੂੰ ਅੱਗੇ ਵਧਾਉਂਦਾ ਹੈ, ਉਸ ਚੀਜ਼ ਦੀ ਨਖੇਦੀ ਹੋਣੀ ਚਾਹੀਦੀ ਹੈ, ਉਸ ਚੀਜ਼ ਨੂੰ ਡੈਫੀਨੇਟਲੀ ਆਪਾਂ ਨੂੰ ਨਕਾਰਨਾ ਚਾਹੀਦਾ। ਕਰਪਸ਼ਨ ਦੀ ਜਿੱਥੇ ਤੱਕ ਗੱਲ ਹੈ, ਕਰਪਸ਼ਨ ਹੁੰਦੀ ਉਹਨਾਂ ਨੇ ਗੱਲ ਕੀਤੀ ਹੈ, ਬਹੁਤ ਅੱਛੀ ਗੱਲ ਹੈ, ਲੇਕਿਨ ਕਰਪਸ਼ਨ ਦੀ ਨੇਚਰ ਚੇਂਜ ਹੋ ਚੁੱਕੀ ਹੈ। ਉਹ ਕਰਪਸ਼ਨ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਤੁਸੀਂ ਕਿਆ ਕਾਰਪੋਰੇਟ ਜਿਹੜਾ ਸੈਕਟਰ ਹੈ ਉਹਨੂੰ ਬੜਾਵਾ ਦੇ ਕੇ ਉਹਦੇ ਵਾਸਤੇ ਫੈਸਿਲਿਟੇਟ ਕਰਕੇ ਇਕਨੋਮੀ ਨੂੰ, ਉਸ ਤੋਂ ਬਾਅਦ ਆਪਣੇ ਇਲੈਕਸ਼ਨ ਦੇ ਵਿੱਚ ਫੰਡਿੰਗ ਕਰਵਾਉਣੀ ਹੈ, ਸਾਰਾ ਕੁਝ ਇਹ ਵੀ ਕਰਪਸ਼ਨ ਹੈ। ਕਰਪਸ਼ਨ ਕੇਵਲ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਹੈਗਾ ਸਰਕਾਰੀ EMPLOYE ਕੋਈ ਪੈਸਾ ਲੈ ਰਿਹਾ ਹੈ ਜਾਂ ਦੇ ਰਿਹਾ ਹੈ, ਇਹੀ ਇਕੱਲੀ ਕਰਪਸ਼ਨ ਨਹੀਂ ਹੈ। ਕਰਪਸ਼ਨ ਆਫ ਮਾਈਂਡ, ਕਰਪਸ਼ਨ ਆਫ ਐਕਸ਼ਨ, ਕਰਪਸ਼ਨ ਆਫ ਯੋਰ ਬਿਹੇਵੀਅਰ, ਇਹ ਸਾਰੀਆਂ ਚੀਜ਼ਾਂ ਵੀ ਸਾਨੂੰ ਨਿਗਾਹ ਦੇ ਵਿੱਚ, ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਤਾਂ ਇਹ ਜਿਹੜੀ ਨਵੀਂ ਤਰ੍ਹਾਂ ਦੀ ਕਰਪਸ਼ਨ ਹੈਗੀ ਹੈ, ਇਸ ਕਰਪਸ਼ਨ ਨੂੰ ਵੀ ਸਾਨੂੰ ਕੋਗਨੀਜ਼ੈਂਸ ਲੈਣੀ ਚਾਹੀਦੀ ਹੈ, ਔਰ ਇਹਦੇ ਅਗੇਂਸਟ ਵੀ ਕੰਮ ਕਰਨਾ ਚਾਹੀਦਾ ਹੈ, ਯੂਨਿਟੀ ਲਿਆ ਕੇ, ਏਕਤਾ ਲਿਆ ਕੇ, ਔਰ ਸਾਰਿਆਂ ਨੂੰ ਮਿਲ ਕੇ ਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ। ਚਾਨਾ ਜੀ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਹੈਗਾ, ਅਸੀਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਜਿਸ ਢੰਗ ਨਾਲ, ਕਿਉਂਕਿ ਪਹਿਲੇ ਪ੍ਰਧਾਨ ਮੰਤਰੀ ਸਾਡੇ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੂੰ ਉਸ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ ਜਿੰਨੀ ਉਹਨਾਂ ਦੀ ਕੰਟਰੀਬਿਊਸ਼ਨ। ਅਸੀਂ ਦੇਖਦੇ ਹਾਂ ਕਿ ਅੱਜ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਜਦੋਂ ਉੱਥੇ ਗੱਲ ਕੀਤੀ ਹੈ ਤਾਂ ਉਹਨਾਂ ਨੇ ਆਪਣੀ ਤਕਰੀਰ ਦਾ ਬਹੁਤਾ ਹਿੱਸਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਜੋ ਹਿੰਦੁਸਤਾਨ ਲਈ ਕੀਤਾ,
ਜੋ ਇਹਦੀ ਦੇ ਧਰਮ ਜਿਹੜੇ ਨਿਰਪੱਖ ਕੰਟਰੀ ਸੀ ਉਹਨਾਂ ਦੇ ਲਈ ਕੀਤਾ, ਗੁੱਟ ਰਿਲੀਫ ਕੰਟਰੀ ਲਈ ਕੀਤਾ ਸੀਗਾ, ਉਹਨੂੰ ਸਾਰੇ ਨੂੰ ਯਾਦ ਕੀਤਾ ਬੜੇ ਵੱਡੇ ਪੱਧਰ ਤੇ। ਤਾਂ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜੋ ਕੁਝ ਪ੍ਰੋਫੈਸਰ ਸਾਹਿਬ ਨੇ ਕਿਹਾ ਤੇ ਇਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਜਿਸ ਢੰਗ ਨਾਲ ਘਟਾ ਕੇ ਪੇਸ਼ ਕੀਤਾ ਜਾ ਰਿਹਾ? ਇੱਕ ਤਾਂ ਜੰਡੂ ਸਾਹਿਬ, ਡਾਕਟਰ ਸਾਹਿਬ ਨੇ ਜਿੱਦਾਂ ਲੇਆਊਟ ਕਰ ਦਿੱਤਾ ਨਾ, ਇੱਕ ਬੜੇ ਫੰਡਾਮੈਂਟਲ ਚੀਜ਼ਾਂ ਨੂੰ ਸਾਹਮਣੇ, ਪੰਜਾਂ ਹੀ ਉਹਨਾਂ ਦੇ ਜਿਹੜੇ ਨਾ ਉਦੇਸ਼ ਮਿੱਥੇ ਹੋਏ ਆ ਉਹਨਾਂ ਨੂੰ ਲੈ ਕੇ ਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਹ ਬਹੁਤ ਵਧੀਆ। ਮੈਂ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਹੈ ਜਿਹੜਾ ਉਹ 2 ਵਾਰੀ ਸੁਣਿਆ ਜੀ। ਇੱਕ ਵਾਰੀ ਰਿਕਾਰਡਡ ਸੁਣਿਆ ਸਾਰੇ ਦਾ ਸਾਰਾ, ਇੱਕ ਵਾਰੀ ਜਿਹੜਾ ਉਦੋਂ ਉਹ ਕਰ ਰਹੇ ਸੀ ਉਦੋਂ ਸੁਣਿਆ। ਮੈਨੂੰ ਇਹ ਲੱਗਿਆ ਕਿ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਉਹ ਪਹਿਲਾਂ ਵਾਲੇ ਪ੍ਰਧਾਨ ਮੰਤਰੀ ਹੁਣ ਕੁਛ ਚੇਂਜ ਜਿਹੜੀ ਹੈ ਨਾ ਨਜ਼ਰ ਆ ਰਹੀ ਹੈ, ਉਹ ਸਾਰਾ ਕੁਛ 2024 ਦੀਆਂ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਆ ਰਹੀਆਂ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਬੜੀ ਤਿਆਰੀ ਕੀਤੀ ਹੋਈ ਸੀ। ਔਰ ਜਿਸ ਤਰ੍ਹਾਂ ਉਹਨਾਂ ਨੇ ਇਹ ਇੱਕ ਉਹਨਾਂ ਦਾ ਫਿਕਰਾ ਜਿਹੜਾ ਨਾ ਮੈਂ ਖਾਸ ਤੌਰ ਤੇ ਮਹਿਸੂਸ ਕੀਤਾ ਕਿ ਸਾਡੇ ਕੋਲ 75 ਸਾਲਾਂ ਦਾ ਅਨੁਭਵ ਹੈਗਾ। ਹੁਣ ਤੱਕ ਤੁਸੀਂ ਇਹ ਦੇਖੋ ਕਿ ਇਸ ਤੋਂ ਪਹਿਲਾਂ ਜੋ ਕੁਝ ਹੁੰਦਾ ਰਿਹਾ ਜਾਂ ਇਹਨਾਂ ਦੇ ਜਿਹੜੇ ਬੁਲਾਰੇ ਸੀ ਉਹਨਾਂ ਨੇ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਜੀ 2014 ਤੋਂ ਪਹਿਲਾਂ ਸ਼ਾਇਦ ਕੁਝ ਹੋਇਆ ਹੀ ਨਹੀਂ ਇਸ ਦੇਸ਼ ਦੇ ਵਿੱਚ। ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਅਵੇਲੇਬਲ ਨੇ, ਅਸੀਂ ਵੀ ਸੁਣਦੇ ਰਹੇ ਹਾਂ। ਲੇਕਿਨ ਜਿਸ ਤਰ੍ਹਾਂ ਹੁਣ ਉਹਨੂੰ ਕੋਸ਼ਿਸ਼ ਕੀਤੀ ਆ ਕਿ ਹਾਂ ਇਹਦੇ ਤੋਂ ਹੁਣ ਅਵੋਇਡ ਨਹੀਂ ਕੀਤਾ ਜਾ ਸਕਦਾ, ਇਹ ਗੱਲ ਇਹ ਤੁਹਾਡੀ ਇਹ ਠੀਕ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਾਂ ਉਹਦੀ ਲੈਗੇਸੀ ਆ ਜਿਹੜੀ ਉਹਦਾ ਜਿੰਨਾ ਇੱਕ ਬਹੁਤ ਵੱਡਾ ਇਸ ਦੇਸ਼ ਨੂੰ ਵਿਕਾਸ ਕਰਨ ਦੇ ਵਿੱਚ ਦੇਣ ਸੀ, ਜਾਂ ਕੌਮਾਂਤਰੀ ਪੱਧਰ ਦੇ ਉੱਤੇ ਜੋ ਉਹਨਾਂ ਨੇ ਇੱਕ ਮੂਵਮੈਂਟ ਨੂੰ ਉਠਾਉਣ ਦੇ ਵਿੱਚ ਆਪਣਾ ਮੋਹਰੀ ਰੋਲ ਅਦਾ ਕੀਤਾ ਸੀ, ਉਹ ਸਾਰੀਆਂ ਗੱਲਾਂ ਨੂੰ ਜਿੰਨਾ ਮਿਨੀਮਾਈਜ਼ ਹੋ ਜਾਵੇ ਉਹਨਾਂ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਜਦੋਂ ਤਿੰਨ ਪੜਾਅ ਕੀਤੇ ਗਏ ਉਹਦੇ, ਇੱਕ ਤਾਂ ਇਹ ਕਿ ਜੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੀ ਜੰਗ ਲੜੀ ਗਈ ਉਹ, ਉਸ ਤੋਂ ਬਾਅਦ ਜਿਹੜਾ ਆਜ਼ਾਦੀ ਤੋਂ ਬਾਅਦ ਜਿਹੜਾ ਵਿਕਾਸ ਹੋਇਆ ਉਹ, ਤੇ ਇੱਕ ਹੁਣ ਜਿਹੜਾ ਅਸੀਂ ਆਪਣੇ ਮਾਡਰਨ ਜਾਂ ਦੇਸ਼ ਨੂੰ ਉੱਚਾ ਚੁੱਕਣ ਦੇ ਲਈ ਮੇਡ ਇਨ ਇੰਡੀਆ ਦਾ ਇੱਕ ਯੁੱਗ ਸ਼ੁਰੂ ਕਰ ਰਹੇ ਹਾਂ ਜਾਂ ਕਰ ਲਿਆ ਹੋਇਆ। ਇਹ ਤਿੰਨ ਚੀਜ਼ਾਂ ਨੂੰ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਵੀ ਅਸੀਂ ਦੇਖਦੇ ਹਾਂ ਨਾ, ਉਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਓਨ ਕਰਦੇ ਨਹੀਂ ਸੀ, ਜਿਨ੍ਹਾਂ ਨੂੰ ਉਹ ਚੁੱਕਦੇ ਸੀ ਅਸਲ ਦੇ ਵਿੱਚ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਨਹੀਂ ਸੀ, ਸਗੋਂ ਮਾਫੀ ਮੰਗ ਕੇ ਬਾਹਰ ਆਉਣ ਦਾ ਕੰਮ ਕੀਤਾ, ਜਿਹੜੀ ਵੱਡੇ ਪੈਮਾਨੇ ਤੇ ਚਰਚਾ ਕੀਤੀ ਜਾ ਰਹੀ ਹੈ। ਹੁਣ ਮੈਂ ਜਿਹੜਾ ਧਿਆਨ ਨਾਲ ਸੁਣਿਆ ਇਹ ਕਿ ਆਜ਼ਾਦੀ ਦੇ ਪਰਵਾਨਿਆਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਨਾਂ ਉਹ ਲਏ ਜਿਹੜੇ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸੀਗੇ, ਉਹਨਾਂ ਦੇ ਨਾਂ ਲਏ ਆ। ਔਰ ਉਸ ਤੋਂ ਬਿਨਾਂ ਜਿਹੜੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਪ੍ਰਤੀ ਰਵੱਈਆ RSS ਦਾ ਹੋਰ ਰਿਹਾ ਪਹਿਲਾਂ, ਉਹਨਾਂ ਦਾ ਵੀ ਨਾਂ ਲਿਆ ਆ। ਔਰ ਇਸ ਤਰ੍ਹਾਂ ਉਹਨਾਂ ਨੇ ਉਹ ਸਾਰਿਆਂ ਨੂੰ ਇਹ ਜਿਹੜਾ ਕੀਤਾ ਗਿਆ ਨਾ ਸਾਹਮਣੇ ਰੱਖ ਕੇ, ਜਾਂ ਵਿਸ਼ੇਸ਼ ਤੌਰ ਤੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਜਿਹੜਾ ਬੀਬੀਆਂ ਦਾ, ਇਸਤਰੀਆਂ ਦਾ ਰੋਲ ਰਿਹਾ ਆ, ਔਰਤਾਂ ਦਾ ਰੋਲ ਰਿਹਾ, ਉਹਨਾਂ ਨੇ ਉਹ ਨਾਂ ਵੀ ਗਿਣਾਏ ਜਿਹੜੇ ਸ਼ਾਇਦ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਨਹੀਂ ਹੁੰਦੇ ਹੋਣਗੇ, ਹਨਾ। ਉਹ ਇੱਕ ਟਾਰਗੇਟਡ ਜਿਹੜਾ ਨਾ ਨਜ਼ਰ ਆ ਰਿਹਾ। ਔਰ ਦੁਰਗਾ ਭਾਬੀ ਤੋਂ ਝਾਂਸੀ ਦੀ ਰਾਣੀ ਤੋਂ ਲੈ ਕੇ ਦੁਰਗਾ ਭਾਬੀ ਤੱਕ ਉਹਨਾਂ ਨੇ ਨਾਂ ਜਿਹੜੇ ਨਾ ਉਹ ਲਏ। ਔਰ ਇਸ ਤਰ੍ਹਾਂ ਦੇਸ਼ ਦੇ ਵਿਕਾਸ ਦੇ ਵਿੱਚ ਜੋ ਕੁਝ ਹੋਇਆ, ਔਰ ਉਹਨੂੰ ਪਹਿਲਾਂ ਇਸ ਤਰ੍ਹਾਂ ਹੀ ਸੀ ਕਿ ਸ਼ਾਇਦ ਪਹਿਲਾਂ ਕੁਝ ਹੋਇਆ ਹੀ ਨਹੀਂ, ਉਹਨਾਂ ਨੂੰ ਇਹ ਮੈਂਸ਼ਨ ਕਰਨਾ ਪੈ ਗਿਆ। ਲੇਕਿਨ ਜੋ ਕੁਝ ਹੋਇਆ ਔਰ ਉਹਦਾ ਬਾਖੂਬੀ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦਾ ਵਿਕਾਸ ਆਜ਼ਾਦੀ ਤੋਂ ਬਾਅਦ ਇਸ ਦੇਸ਼ ਨੇ ਕੀਤਾ, ਇਕਨੋਮਿਕ ਖੇਤਰ ਦੇ ਵਿੱਚ ਵੀ, ਰਾਜਨੀਤਿਕ ਖੇਤਰ ਦੇ ਵਿੱਚ ਵੀ, ਉਹ ਜਾਣੀ ਅਨਮੈਚਿੰਗ ਕਿਹਾ ਜਾ ਸਕਦਾ ਹੈ। ਜਿੱਦਾਂ ਮਿਕਸਡ ਇਕੋਨਮੀ ਨੂੰ ਅਡਾਪਟ ਕਰਨਾ ਜਿਹੜਾ ਆ, ਉਹ ਇੱਕ ਵਿਸ਼ੇਸ਼ ਦੌਰ ਦੇ ਵਿੱਚੋਂ ਦੀ ਜਦੋਂ ਲੰਘਿਆ ਤਾਂ ਦੇਸ਼ ਨੇ ਬਹੁਤ ਛਾਲਾਂ ਮਾਰ ਕੇ ਤਰੱਕੀ ਕੀਤੀ ਸੀ। ਔਰ ਇਸੇ ਤਰ੍ਹਾਂ ਨਾਨ ਅਲਾਈਨਡ ਮੂਵਮੈਂਟ ਨੂੰ ਖੜਾ ਕਰਨ ਦੇ ਵਿੱਚ ਪੰਡਿਤ ਨਹਿਰੂ ਜੀ ਦਾ ਜਿਹੜਾ ਰੋਲ ਸੀਗਾ, ਮਾਰਸ਼ਲ ਟੀਟੋ ਤੇ ਆਪਣੇ ਸਕਾਰਨੋ, ਇਹਨਾਂ ਤਿੰਨਾਂ ਦੇ ਵਿੱਚ ਇਹਨਾਂ ਦਾ ਲੀਡਿੰਗ ਰੋਲ ਰਿਹਾ। ਇੱਕ ਬਰਾਬਰ ਦਾ ਨਾਨ ਅਲਾਈਨਡ ਮੂਵਮੈਂਟ ਦਾ ਇੱਕ ਗੁੱਟ ਖੜਾ ਕਰ ਦੇਣਾ, ਜਿਹਨੇ ਦੇਸ਼ ਮਤਲਬ ਇਸ ਪ੍ਰਿਥਵੀ ਦੇ ਉੱਤੇ ਸ਼ਾਂਤੀ ਰੱਖਣ ਦੇ ਵਿੱਚ ਜਿਹੜਾ ਨਾ ਰੋਲ ਅਦਾ ਕੀਤਾ, ਉਹ ਇੱਕ ਇਤਿਹਾਸ ਦਾ ਬਹੁਤ ਹੀ ਸੁਨਹਿਰਾ ਕਾਂਡ ਹੈ। ਔਰ ਉਸ ਲਹਿਰ ਦਾ ਉਹਦੇ ਵਿੱਚ ਪੰਡਿਤ ਨਹਿਰੂ ਜੀ ਦਾ ਜਿਹੜਾ ਰੋਲ ਰਿਹਾ ਉਹਨੂੰ ਵੀ ਦੇਖਣ। ਕਹਿਣ ਤੋਂ ਮੇਰਾ ਮਤਲਬ ਇਹ ਆ ਕਿ ਜਦੋਂ ਉਹ ਇਸ ਤਰ੍ਹਾਂ ਦਾ ਭਾਸ਼ਣ ਉਹਨਾਂ ਨੇ ਸਾਹਮਣੇ ਲੈ ਕੇ ਆਂਦਾ ਤਾਂ ਇਹ ਲੱਗਦਾ ਸੀਗਾ ਕਿ ਉਹ ਉਹਨਾਂ ਗੱਲਾਂ ਨੂੰ ਓਨ ਕਰਨ ਦੇ ਲਈ ਮਜਬੂਰ ਨੇ ਜਿਨ੍ਹਾਂ ਨੂੰ ਪਹਿਲਾਂ ਉਹਨਾਂ ਦੇ ਪਾਰਟੀ ਜਾਂ RSS ਵਾਲੇ ਨਹੀਂ ਕਰਦੇ ਸੀ।
ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਵੀ ਆਈਆਂ ਜਦੋਂ ਬੁੱਤ ਬਣਾ ਕੇ ਮਹਾਤਮਾ ਗਾਂਧੀ ਜੀ ਦਾ ਦੁਬਾਰਾ ਗੋਲੀਆਂ ਮਾਰੀਆਂ ਗਈਆਂ ਔਰ ਉਹਨਾਂ 'ਚੋਂ ਖੂਨ ਵਗਦਾ ਦਿਖਾਇਆ ਗਿਆ ਤੇ ਉਹਦੇ ਤੇ ਜਾਣੀ ਖੁਸ਼ੀ ਮਿਲੀ। ਲੇਕਿਨ ਹੁਣ ਮਹਾਤਮਾ ਗਾਂਧੀ ਜੀ ਦੇ ਰੋਲ ਨੂੰ ਸਵੀਕਾਰ ਜਿਹੜਾ ਕਰਨਾ ਆ, ਉਹ ਕੀ ਉਹ ਮਨ ਬਦਲ ਗਿਆ ਹੋਇਆ ਕਿ ਇੱਕ ਟੈਕਟੀਕਲ ਮੂਵ ਹੈਗੀ ਆ, ਇਹ ਦੇਖਣ ਵਾਲੀ ਗੱਲ ਆ। ਮੈਂ ਇਹ ਸਮਝਦਾ ਕਿ ਇਹਦੇ ਤੇ ਬਹੁਤ ਡੀਪ ਐਨਾਲਿਸਿਸ ਕਰਨ ਦੀ ਲੋੜ ਆ। ਔਰ ਜਿੱਦਾਂ 2 ਵਾਰ ਉਹਨਾਂ ਨੇ ਇਹ ਆਜ਼ਾਦੀ ਦੀ ਲਹਿਰ ਦੇ ਵਿੱਚ ਬੀਬੀਆਂ ਦੇ ਰੋਲ ਨੂੰ ਪਿੰਨ ਪੁਆਇੰਟ ਕਰਦਿਆਂ ਹੋਇਆਂ ਬਾਅਦ ਦੇ ਭਾਸ਼ਣ ਦੇ ਵਿੱਚ 2 ਵਾਰੀ ਇੰਨਾ ਬਹੁਤ ਜ਼ਬਰਦਸਤ ਢੰਗ ਦੇ ਨਾਲ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਬਣਦਾ ਹੈ। ਔਰ ਬਣਦਾ ਹੈ ਉਹਨੂੰ ਵਾਰ-ਵਾਰ, ਉਹਦਾ ਮਤਲਬ ਇਹ ਕੀ ਹੈਗਾ ਕਿ 2024 ਦੇ ਵਿੱਚ ਜਿਹੜੇ ਟਾਰਗੇਟਡ ਵੋਟਰ ਆ ਉਹਨਾਂ ਨੂੰ ਵੀ ਇੱਕ ਸਾਹਮਣੇ ਰੱਖ ਕੇ ਸਾਰਾ ਕੁਝ ਜਿਹੜਾ ਨਾ ਉਹ ਭਾਸ਼ਣ ਦੇ ਵਿੱਚੋਂ ਸਾਨੂੰ ਜਿਹੜਾ ਨਾ ਉਹ ਦਿਖਾਈ ਦਿੰਦਾ ਸੀ। ਸੋ ਮੈਂ ਸਮਝਦਾ ਕਿ ਇਹਨੂੰ ਇਹਦਾ ਵਿਸ਼ੇਸ਼ ਤੌਰ ਤੇ ਜਿਹੜਾ ਸਾਡਾ ਬੁੱਧੀਜੀਵੀ ਵਰਗ ਹੈਗਾ, ਸਾਡੇ ਜਰਨਲਿਸਟ ਨੇ, ਦੂਸਰੇ ਜਿਹੜੇ ਕਿ ਜ਼ਿਆਦਾ ਪੋਲੀਟੀਕਲੀ ਜ਼ਿਆਦਾ ਸਾਊਂਡ ਨੇ, ਜ਼ਿਆਦਾ ਜਿਹੜੇ ਨਾ ਡੀਪਲੀ ਸੋਚਦੇ ਨੇ, ਉਹਨਾਂ ਨੂੰ ਇਸ ਲੈਵਲ ਦੇ ਉੱਤੇ ਸ਼ਾਇਦ ਇਹ ਗੱਲਬਾਤ ਇਹਦੇ ਤੇ ਇਸ ਕਰਕੇ ਸ਼ੁਰੂ ਹੋ ਗਈ ਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦੀ ਟੋਨ ਜਿਹੜੀ ਇਸ ਵਾਰ ਸੀ, ਉਹਦੇ ਵਿੱਚੋਂ ਉਹ ਸਾਰੀਆਂ ਹੀ ਚੀਜ਼ਾਂ ਮਿਸਿੰਗ ਸੀ ਜਿਨ੍ਹਾਂ ਤੋਂ ਇਹ ਦੇਸ਼ ਪੀੜਤ ਆ, ਔਰ ਉਹਨਾਂ ਨੂੰ ਅਸੀਂ ਕਿਵੇਂ ਦੂਰ ਕਰਾਂਗੇ ਔਰ ਅਸੀਂ ਉਹਨਾਂ ਦੇ ਲਈ ਕੀ ਕਰ ਰਹੇ ਹਾਂ, ਹਨਾ, ਉਹ ਬਾਹਰ ਕੱਢ ਕੇ ਔਰ ਉਹ ਸਾਰਾ ਜਿਹੜਾ ਨਾ ਇੱਕ ਵਿਆਖਿਆਮਈ ਜਿਹੜੀ ਚੀਜ਼ ਆ ਉਹ ਆਈ। ਤੇ ਐਂਡ ਦੇ ਉੱਤੇ ਜਿਹੜਾ ਨਾ ਉਹਨਾਂ ਦਾ ਭਾਸ਼ਣ ਜਿਹੜਾ, ਜੇ ਤੇ ਬਾਅਦ ਚ ਗੱਲ ਕਰਦੇ ਆ, ਉਹ ਖਾਸ ਮਹੱਤਤਾ ਰੱਖਦਾ ਜਿਹੜਾ ਉਹਨਾਂ ਦਾ ਪਿਛਲੇ 15 ਮਿੰਟਾਂ ਦੇ ਜਿੰਨੇ ਉਹਨਾਂ ਨੇ ਪੁਆਇੰਟ ਬਣਾਏ ਸੀ। ਇਹ ਪ੍ਰੋਫੈਸਰ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ, ਔਰ ਜਿਹੜੀਆਂ ਇਸ ਵੇਲੇ ਸਮੱਸਿਆਵਾਂ ਦੇਸ਼ ਦੇ ਅੰਦਰ, ਆਮ ਤੌਰ ਤੇ ਜਦੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਜਿਹੜੇ ਜਿੰਨੇ ਵੀ ਰਹੇ ਆ ਦੇਸ਼ ਦੇ, ਉਹਨਾਂ ਦੇ ਲਾਲ ਕਿਲੇ ਤੋਂ ਜਿਹੜੇ ਆਜ਼ਾਦੀ ਦਿਵਸ ਦੇ ਭਾਸ਼ਣ ਹੁੰਦੇ ਸੀ, ਉਹਨਾਂ 'ਚ ਉਹਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਸੀਗਾ ਜਿਹੜੀਆਂ ਸਮੱਸਿਆਵਾਂ ਦੇਸ਼ ਨੂੰ ਦਰਪੇਸ਼ ਹੈਗੀਆਂ, ਔਰ ਨਾਲ ਜਿਹੜਾ ਖਾਸ ਕਰਕੇ ਜਿਹੜੀ ਵਿਦੇਸ਼ ਨੀਤੀ ਹੈ ਉਹਦੇ ਤੇ ਜ਼ਰੂਰ ਕੋਈ ਨਾ ਕੋਈ ਟਿੱਪਣੀ ਜਾਂ ਕੋਈ ਨਾ ਕੋਈ ਉਹਨਾਂ ਵੱਲੋਂ ਇੱਕ ਜਿਹੜਾ ਆਪਣੇ ਵੱਲੋਂ ਕਿਹਾ ਜਾਂਦਾ ਸੀਗਾ ਕਿ ਦੇਸ਼ ਇਸ ਵੇਲੇ ਕਿਸ ਸਥਿਤੀ ਦੇ ਵਿੱਚ ਹੈ। ਤਾਂ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਇਸ ਵਾਰ ਜਿਸ ਢੰਗ ਨਾਲ ਹਰ ਘਰ ਤਿਰੰਗਾ ਕਰਕੇ ਤੇ ਰਾਸ਼ਟਰਵਾਦ ਨੂੰ ਜਿਸ ਢੰਗ ਨਾਲ ਉਭਾਰਨ ਦਾ ਯਤਨ ਹੋ ਰਿਹਾ, ਇਹ ਸਾਰੇ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੰਡੂ ਜੀ, ਗੱਲ ਇਹ ਹੈਗਾ ਕਿ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ ਨਿਊ ਐਜੂਕੇਸ਼ਨ ਪਾਲਿਸੀ ਦੀ ਵੀ ਗੱਲ ਕੀਤੀ ਹੈ ਔਰ ਇਹ ਕਿਹਾ ਵੀ ਅਸੀਂ ਸਕਿਲਡ ਇੰਡੀਆ ਜਿਹੜਾ ਹੈਗਾ ਉਹ ਲਿਆਵਾਂਗੇ। ਲੇਕਿਨ ਜਿਵੇਂ ਇਹ ਗੱਲ ਹੋਈ ਹੈ ਕਿ RSS ਦੇ ਮੁਖੀ ਨੇ, ਮੇਰਾ ਖਿਆਲ ਹੈ, ਪਹਿਲੀ ਵਾਰ ਆਪਣੇ ਦਫ਼ਤਰ ਦੇ ਵਿੱਚ ਤਿਰੰਗੇ ਨੂੰ ਸਲੂਟ ਮਾਰਿਆ ਜੀ। ਇਹ ਵੀ ਬਹੁਤ ਵੱਡੀ ਚੇਂਜ ਹੈ। ਉਹ RSS ਜਿਹਨੇ 52 ਸਾਲ ਆਪਣੇ ਦਫ਼ਤਰ ਦੇ ਉੱਪਰ ਭਗਵੇ ਤੋਂ ਇਲਾਵਾ ਹੋਰ ਕੋਈ ਝੰਡਾ ਨਹੀਂ ਚੜ੍ਹਨ ਦਿੱਤਾ, ਅਗਰ ਉਹ ਇਹ ਕਰਦੀ ਹੈ ਤਾਂ ਇਹਦਾ ਮਤਲਬ ਹੈ ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਹੋਣਾ ਪੈ ਰਿਹਾ, ਜਾਂ ਉਹ ਆਪਣਾ ਇੱਕ ਉਹ ਚਿਹਰਾ ਲਿਆ ਰਹੇ ਹੈ ਜਿਵੇਂ ਕਿ ਇਹਨਾਂ ਨੇ ਕਿਹਾ ਕਿ 2024 ਦਾ ਇਲੈਕਸ਼ਨ ਹੈ। ਦੂਸਰੀ ਜਿਹੜੀ ਚੀਜ਼ ਹੈਗੀ ਹੈ, ਜਿਹੜੀ ਤੁਸੀਂ ਇਹਦੇ ਵਿੱਚ ਹਾਈਲਾਈਟ ਵੀ ਕੀਤੀ ਹੈ, ਉਹ ਹੈਗੀ ਹੈ ਕਿ ਜਿਹੜੇ ਭਖ ਦੇ ਮੁੱਦੇ ਹੈ ਇਸ ਵੇਲੇ ਜਿਹੜੇ ਸਾਡੇ ਸਾਹਮਣੇ ਹੈ। ਫੋਰ ਐਗਜ਼ਾਮਪਲ, ਅਨਐਮਪਲੋਇਮੈਂਟ ਦਾ ਮੁੱਦਾ ਬਿਲਕੁਲ ਭਾਸ਼ਣ ਦੇ ਵਿੱਚ ਨਹੀਂ ਹੈ, ਜਦ ਕਿ ਸਾਡਾ ਦੇਸ਼ ਇੱਕ ਬਹੁਤ ਵੱਡੇ ਕਰੋਨਾ ਤੇ ਬਾਅਦ ਅਨਐਮਪਲੋਇਮੈਂਟ ਤੋਂ ਜੂਝ ਰਿਹਾ, ਜਿਹਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਜਦ ਕਿ ਉਹਦੇ ਵਿਪਰੀਤ ਜੇ ਤੁਸੀਂ ਪਟਨੇ ਤੋਂ ਨਿਤੀਸ਼ ਕੁਮਾਰ ਦਾ ਭਾਸ਼ਣ ਸੁਣੋ, ਉਹਨਾਂ ਨੇ ਕਿਹਾ ਵੀ 10 ਲੱਖ ਨਹੀਂ, ਅਸੀਂ 20 ਲੱਖ ਰੋਜ਼ਗਾਰ ਵੀ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜਾ ਹੈਗਾ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਜਿਹੜਾ ਕਿ ਬਿਲਕੁਲ ਗਾਇਬ ਹੈ। ਫੋਰਨ ਪਾਲਿਸੀ ਦੀ ਤੁਸੀਂ ਗੱਲ ਕੀਤੀ ਹੈ ਕਿ ਫੋਰਨ ਪਾਲਿਸੀ ਦੇ ਵਿੱਚ ਨਾ ਤਾਂ ਕਿਤੇ ਵੀ ਵਰਲਡ ਦੇ ਪੀਸ ਦੀ ਗੱਲ ਕੀ ਹੈ, ਜਦ ਕਿ ਯੂਕਰੇਨ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਨਿਊਕਲੀਅਰ ਜਿਹੜਾ ਉੱਥੇ ਦੇ ਕਾਰਖਾਨੇ ਹੈਗੇ ਆ ਬਿਜਲੀ ਬਣਾਉਣ ਦੇ, ਉਹਨਾਂ ਦੇ ਨੇੜੇ ਤੇੜੇ ਬੰਬਾਰਮੈਂਟ ਹੋ ਰਹੀ ਹੈ, ਜਿਹਦਾ ਕਿ ਬਹੁਤ ਵੱਡਾ ਖਤਰਾ ਪੂਰੇ ਯੂਰਪ ਨੂੰ ਹੋ ਸਕਦਾ ਹੈ। ਉਹਦੀ ਕਿਤੇ ਕੋਈ ਗੱਲ ਨਹੀਂ ਹੈ ਸ਼ਾਂਤੀ ਦੀ, ਔਰ ਉਹਦੀ ਕਿਤੇ ਕੋਈ ਗੱਲ ਨਹੀਂ ਹੈ ਕਿ ਅਸੀਂ ਜਿਹੜੀ ਇਹ ਕਹਿੰਦੇ ਸੀਗੇ ਨੇਬਰਹੁੱਡ ਫਸਟ ਪਾਲਿਸੀ, ਉਸ ਤਰ੍ਹਾਂ ਦੀ ਕੋਈ ਗੱਲ ਕਿਤੇ ਨਹੀਂ ਹੈ ਨੇਬਰਹੁੱਡ ਫਸਟ ਪਾਲਿਸੀ ਦੀ। ਸਾਡੀ ਆਲੇ ਦੁਆਲੇ ਸਾਡੀ ਇੱਕ ਸੰਗਠਨ ਹੈ ਸਾਰਕ, ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ, ਉਹ ਬਿਲਕੁਲ ਬੰਦ ਪਈ ਹੈ, ਉਹਦੇ ਬਾਰੇ ਕਿਤੇ ਕੋਈ ਗੱਲ ਨਹੀਂ ਹੈ। ਸਾਡਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਰਮਾਨੈਂਟ ਜਿਹੜਾ ਹੈਗਾ ਮੈਂਬਰਸ਼ਿਪ ਹੈ ਸਿਕਿਉਰਿਟੀ ਕੌਂਸਲ ਦੀ ਪੈਂਡਿੰਗ ਪਈ ਹੈ, ਉਹਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਤੇ ਫੋਰਨ ਪਾਲਿਸੀ ਦੇ ਬਾਰੇ ਵੀ ਏਡਾ ਕੋਈ ਜ਼ਿਆਦਾ ਇਸ ਭਾਸ਼ਣ ਦੇ ਵਿੱਚ ਨਹੀਂ ਮਿਲਦਾ।
ਇਹਦਾ ਮਤਲਬ ਇਹ ਹੈਗਾ ਕਿ ਉਹ ਮੁੱਦੇ ਜਿਹੜੇ ਕਿ ਇਸ ਵੇਲੇ ਸਭ ਤੋਂ ਇੰਪੋਰਟੈਂਟ ਹੈ, ਸਾਨੂੰ ਕਨਫਰੰਟ ਕਰ ਰਹੇ ਹੈ, ਉਹ ਮੁੱਦੇ ਜ਼ਿਆਦਾਤਰ ਗਾਇਬ ਸੀਗੇ। ਇੱਕ ਭਵਿੱਖ ਦਾ ਉਹੀ ਜਿਹੜਾ 2014 ਤੋਂ ਚੱਲ ਰਿਹਾ ਹੈ ਕਿ ਅਸੀਂ ਜਿਹੜਾ ਹੈਗਾ ਇਸ ਤਰ੍ਹਾਂ ਦਾ ਭਵਿੱਖ ਬਣਾਵਾਂਗੇ, ਇਸ ਤਰ੍ਹਾਂ ਦਾ ਭਵਿੱਖ ਬਣਾਵਾਂਗੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ, ਯਾਨੀ ਤੁਸੀਂ ਹੁਣ ਕੀ ਕਰ ਰਹੇ ਹੋ ਉਹ ਨਹੀਂ ਦੱਸਣਾ, ਲੇਕਿਨ 2047 ਤੱਕ ਅਸੀਂ ਇਦਾਂ ਕਰ ਦਿਆਂਗੇ, ਅਸੀਂ ਤਾਂ 5 ਟ੍ਰਿਲੀਅਨ ਇਕਨੋਮੀ ਵੀ ਬਣਾ ਰਹੇ ਸੀਗੇ। ਉਹ ਸਾਰਾ ਕੁਝ ਜਿਹੜਾ ਹੈਗਾ ਉਹ ਪਾਸੇ ਰੱਖਤਾ ਔਰ ਉਹ ਚੀਜ਼ਾਂ ਐਡ ਕਰਤੀਆਂ ਜਿਹੜੀਆਂ ਕਿ ਨਾ ਕਿਸੇ ਨੇ ਦੇਖੀਆਂ। ਕੱਲ ਨੂੰ ਕਿਸ ਤਰ੍ਹਾਂ ਦੀ परिस्थिति ਡਿਵੈਲਪ ਹੋਣੀ ਹੈ, ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਲੰਘਣਾ, ਲੇਕਿਨ 2047 ਦਾ ख्वाब ਜਿਹੜਾ ਸੀਗਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਚਾਹੀਦਾ ਇਹ ਸੀਗਾ ਕਿ ਅੱਜ ਜਿਹੜੀਆਂ ਸਥਿਤੀਆਂ ਹੈਗੀਆਂ, ਇੱਕ ਵੀ ਗੱਲ ਨਹੀਂ ਹੋਈ ਕਿ ਨਫ਼ਰਤੀ ਮਾਹੌਲ ਜਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਸਿਰਜਿਆ ਜਾ ਰਿਹਾ ਹੈ, ਮੀਡੀਆ ਦੀ ਜਿਹੜੀ ਭੂਮਿਕਾ ਹੈਗੀ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਿਲਕੁਲ ਨਦਾਰਦ ਹੈ ਉਹਨਾਂ ਦੇ ਭਾਸ਼ਣ ਦੇ ਵਿੱਚੋਂ। ਪ੍ਰੋਫੈਸਰ ਸਾਹਿਬ ਕਿਤੇ ਇਹ ਤਾਂ ਨਹੀਂ ਕਿ ਜਿਸ ਤਰ੍ਹਾਂ ਜਿਹੜੀਆਂ ਵੀ ਭਖ ਦੇ ਮਾਮਲੇ ਹੈਗੇ ਆ ਸਾਰੇ ਜਿਨ੍ਹਾਂ ਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਉਹਨਾਂ ਤੋਂ ਧਿਆਨ ਪਾਸੇ ਕਰਨ ਲਈ ਇਹ ਸਾਰਾ ਕੁਝ ਕਿਉਂ ਹੋਇਆ? ਦੇਖੋ ਮੈਂ ਦੱਸਦਾ ਕਿ ਇੱਕ ਤੁਸੀਂ ਹਰ ਵੇਲੇ ਨੈਸ਼ਨਲਿਜ਼ਮ ਦੀ ਜਿਹੜੀ ਗੱਲ ਕਰਦੇ ਹੋ, ਨੈਸ਼ਨਲਿਜ਼ਮ ਦੋ ਧਾਰੀ ਤਲਵਾਰ ਹੈ, ਆਪਾਂ ਸਾਰੇ ਜਾਣਦੇ ਹਾਂ ਜਿਹੜੇ ਕਿ ਨੈਸ਼ਨਲਿਜ਼ਮ ਦੇ ਕਨਸੈਪਟ ਨੂੰ ਜਾਣਦੇ ਹਾਂ। ਮੈਂ ਤੁਹਾਨੂੰ ਦੱਸਦਾ ਕਿ ਹਰ ਘਰ ਤਿਰੰਗਾ ਦਾ ਜਿਹੜਾ ਸੀਗਾ, ਤਿਰੰਗਾ ਪਹਿਲਾਂ ਵੀ ਲਾਉਂਦੇ ਸੀਗੇ ਲੋਕ, ਉਹ ਆਊਟ ਆਫ ਕਨਵਿਕਸ਼ਨ ਲਾਉਂਦੇ ਸੀਗੇ, ਆਪਣੀ ਮਨਮਰਜ਼ੀ ਦਾ ਲਾਉਂਦੇ। ਅਸੀਂ ਬਚਪਨ ਤੋਂ ਦੇਖਦੇ ਹਾਂ ਲੋਕਾਂ ਦੇ ਘਰਾਂ ਦੇ ਉੱਪਰ ਤਿਰੰਗੇ ਉਸ ਵੇਲੇ ਵੀ ਹੁੰਦੇ ਸੀਗੇ, ਉਸ ਵੇਲੇ ਵੀ ਸਾਰਿਆਂ ਦੇ ਘਰਾਂ ਤੇ ਨਹੀਂ ਹੁੰਦੇ ਸੀਗੇ। ਅੱਜ ਏਡੇ ਕੈਂਪੇਨ ਤੇ ਬਾਅਦ ਵੀ ਸਾਰਿਆਂ ਦੇ ਘਰਾਂ ਤੇ ਨਹੀਂ ਹਨ, ਇਹ ਆਪਾਂ ਜਾਣਦੇ ਹਾਂ, ਦੇਖ ਰਹੇ ਹਾਂ। ਇਹ ਹੁੰਦੀ ਹੈ ਕਨਵਿਕਸ਼ਨ। ਲੇਕਿਨ ਅਗਰ ਤੁਸੀਂ ਤਿਰੰਗਾ ਜਿਹੜਾ ਹੈਗਾ ਉਹ 20-20 ਰੁਪਏ ਦਾ ਬੱਚਿਆਂ ਨੂੰ ਵੀ ਦੇਣਾ ਹੈਗਾ ਔਰ ਦਫ਼ਤਰਾਂ ਦੇ ਵਿੱਚ ਵੀ ਪਹੁੰਚਾਉਣਾ ਹੈ ਕਿ ਤੁਸੀਂ ਆ ਇੰਨੇ ਤਿਰੰਗੇ ਤੁਹਾਨੂੰ 5000 ਭੇਜ ਰਹੇ ਹੋ, ਡਿਸਬਰਸ ਕਰੋ, ਇਹਦੇ ਇੰਨੇ ਪੈਸੇ ਲੈ ਲਿਓ। ਇਹ ਜਿਹੜਾ ਹੈਗਾ ਤਿਰੰਗਾ ਲਾਉਣ, ਹਰ ਘਰ ਤਿਰੰਗੇ ਦੀ ਨਖੇਦੀ ਹੈ ਇੱਕ ਤਰ੍ਹਾਂ ਨਾਲ। ਤੁਸੀਂ ਲੋਕਾਂ ਦੇ ਵਿੱਚ ਕਨਵਿਕਸ਼ਨ ਪੈਦਾ ਕਰੋ। ਲੋਕ ਇਹ ਨਹੀਂ ਹੈ ਕਿ ਜ਼ਬਰਦਸਤੀ ਤੁਸੀਂ ਜਿਹੜੀਆਂ ਹੈਗੀਆਂ ਬੀਬੀਆਂ ਆਪਣੇ ਸਰਕਾਰੀ EMPLOYEES ਹੈ, ਛੋਟੇ ਮੋਟੇ ਕੰਮ ਕਰਨਾ ਹੈ, ਉਹਨਾਂ ਨੂੰ ਜ਼ਬਰਦਸਤੀ ਪੈਸੇ ਲੈ ਕੇ ਰਾਸ਼ਨ ਦੀਆਂ ਡਿਪੂਆਂ ਤੇ ਤੁਸੀਂ ਜ਼ਬਰਦਸਤੀ ਤਿਰੰਗਾ ਜਿਹੜਾ ਹੈਗਾ ਉਹ ਲੋਕਾਂ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕਰੋ। ਉਹ ਨਹੀਂ ਹੋਣਾ ਚਾਹੀਦਾ। ਹਾਂ ਇੰਨਾ ਜ਼ਰੂਰ ਹੈ ਕਿ ਇਸ ਭਾਸ਼ਣ ਦੇ ਵਿੱਚ ਔਰ ਇਹ ਜਿਹੜੀ ਮੁਹਿੰਮ ਸੀਗੀ ਤਿਰੰਗੇ ਦੀ, ਇਹ ਲੋਕਾਂ ਦੇ ਜਿਹੜੇ ਉਹ ਮੁੱਦੇ ਹੈ ਜਿਹੜੇ ਕਿ ਬੜੇ ਇੰਪੋਰਟੈਂਟ ਹੈ, ਜਿਨ੍ਹਾਂ ਦੇ ਨਾਲ ਲੋਕ ਜੂਝ ਰਹੇ ਹੈ, ਉਹਨਾਂ ਤੋਂ ਥੋੜੀ ਦੇਰ ਵਾਸਤੇ ਪਰੇ ਜ਼ਰੂਰ ਕਰ। ਆਪਾਂ ਗੱਲ ਕਰਦੇ ਹਾਂ ਉਜਵਲਾ ਯੋਜਨਾ ਜਿਹੜੀ ਹੈਗੀ ਹੈ, ਕਹਿੰਦੇ ਬਹੁਤ ਸਕਸੈਸਫੁਲ ਹੈ। ਇਹ ਆਪਾਂ ਨੂੰ ਇਹ ਵਿਸ਼ਲੇਸ਼ਣ ਇਸ ਵੇਲੇ ਕਰਨਾ ਚਾਹੀਦਾ, 8 ਸਾਲ ਹੋ ਗਏ ਕਿ ਕਿਆ ਉਜਵਲਾ ਯੋਜਨਾ ਦੇ ਵਿੱਚ ਲੋਕਾਂ ਨੂੰ ਸੈਕਿੰਡ ਸਿਲੰਡਰ ਮਿਲ ਰਿਹਾ ਹੈ, ਲੋਕ ਕਿੰਨੇ ਕੁ ਭਰਵਾ ਰਹੇ ਹੈ। ਬਿਲਕੁਲ ਡਿਫਰੈਂਟ ਆંકੜੇ ਜਿਹੜੇ ਆ ਰਹੇ ਹੈ, ਜਿਹੜੇ ਪਹਿਲੀ ਵਾਰ ਸਿਲੰਡਰ ਭਰ ਕੇ ਦੇਤਾ ਉਸ ਤੋਂ ਬਾਅਦ ਦੂਜੀ ਵਾਰ ਕਿੰਨਿਆਂ ਨੇ ਭਰਵਾਇਆ ਤੇ ਤੀਜੀ ਵਾਰ ਕਿੰਨਿਆਂ ਨੇ ਭਰਵਾਇਆ। ਤੁਸੀਂ ਕਿਹਾ ਸੀਗਾ ਕਿ ਅਸੀਂ ਕਰੋੜਾਂ ਲੋਕਾਂ ਨੂੰ ਜੋੜਾਂਗੇ ਬੈਂਕਿੰਗ ਸਿਸਟਮ ਦੇ ਨਾਲ। ਇਸ ਵੇਲੇ ਪੜਚੋਲ ਕਰਨੀ ਚਾਹੀਦੀ ਹੈ ਕਿ ਕਿੰਨੇ ਕੁ ਲੋਕ ਹੈ ਜਿਹੜੇ ਬੈਂਕਿੰਗ ਸਿਸਟਮ ਨਾਲ ਜੁੜੇ ਤੇ ਉਹਨਾਂ ਦੇ ਪੈਸੇ ਕਿੰਨੇ ਕੁ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਹੈਗੀਆਂ, ਖਾਲੀ ਪਏ ਬੈਂਕਿੰਗ ਸਿਸਟਮ ਹੈ। ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਕੰਪਰੀਹੈਂਸਿਵ ਐਨਾਲਿਸਿਸ ਹੋਣਾ ਚਾਹੀਦਾ ਹੈ ਕਿ ਪਿਛਲੇ 8 ਸਾਲ ਦੇ ਵਿੱਚ ਕੀ ਕਿਹਾ ਗਿਆ ਤੇ ਅੱਜ ਅਸੀਂ ਕਿੱਥੇ ਖੜੇ ਹਾਂ। ਇਹ ਨਹੀਂ ਹੈ ਕਿ ਤੁਸੀਂ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਡਾਈਵਰਟ ਕਰੋ ਲੋਕਾਂ ਦੀ ਅਟੈਂਸ਼ਨ, ਔਰ ਮੈਨੂੰ ਲੱਗਦਾ ਇਹਦੇ ਵਿੱਚ ਉਹ ਅੰਸ਼ ਵੀ ਸ਼ਾਮਿਲ ਹੈ। ਇਹ ਚਾਹਨਾ ਜੀ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ, ਅਸੀਂ ਦੇਖਦੇ ਜਿੰਦਾ ਤੁਸੀਂ ਵੀ ਜ਼ਿਕਰ ਕੀਤਾ ਜਦੋਂ ਆਪਣੀ ਪਿਛਲੀ ਵਾਰ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੇ ਉਹਨਾਂ ਨੇ ਅਖੀਰ ਦੇ ਉੱਤੇ ਭਾਸ਼ਣ ਦੇ ਉੱਤੇ 3 ਚੀਜ਼ਾਂ ਤੇ ਬਹੁਤ ਜ਼ੋਰ ਦਿੱਤਾ ਹੈ, ਕਰਪਸ਼ਨ ਵਾਲੀ ਮਾਮਲੇ ਤੇ, ਪਰਿਵਾਰਵਾਦ ਤੇ ਭਾਈ ਭਤੀਜਾਵਾਦ ਤੇ ਅਸੀਂ ਦੇਖਦੇ ਹਾਂ ਕਿ ਜਦੋਂ 2014 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਜਿਹੜਾ ਖਤਮ ਕਰਾਂਗੇ, ਸਾਰਾ ਕਾਲਾ ਧਨ ਵਾਪਸ ਲਿਆਵਾਂਗੇ ਤੇ ਹਰੇਕ ਦੇ ਖਾਤੇ 'ਚ 15-15 ਲੱਖ ਰੁਪਏ ਜਿਹੜੇ ਆ ਉਹ ਆਉਣਗੇ। ਤਾਂ ਅੱਜ ਸਥਿਤੀ ਫੇਰ ਲੱਗਦਾ ਹੈ ਕਿ ਉੱਥੇ ਦੀ ਉੱਥੇ ਖੜੀ ਹੈ। ਇਸ ਤਰ੍ਹਾਂ ਹੀ ਪਰਿਵਾਰਵਾਦ ਤੇ ਭਾਈ ਭਤੀਜਾਵਾਦ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਜੰਡੂ ਸਾਹਿਬ ਜਿਸ ਤਰ੍ਹਾਂ ਇਹਨਾਂ ਦੋਹਾਂ ਮਸਲਿਆਂ ਤੇ ਬੋਲੇ ਆ ਔਰ ਉਹਨਾਂ ਨੇ ਕਰਪਸ਼ਨ ਦੇ ਮਸਲੇ ਨੂੰ, ਭ੍ਰਿਸ਼ਟਾਚਾਰ ਦੇ ਮਸਲੇ ਨੂੰ
ਔਰ ਭਾਈ ਭਤੀਜਾਵਾਦ ਜਾਂ ਪਰਿਵਾਰਵਾਦ ਦੇ ਮਸਲੇ ਦੇ ਉੱਤੇ ਉਹ ਬਹੁਤ ਜਦੋਂ ਇਹਦਾ ਥੋੜਾ ਜਿਹਾ ਅਸੀਂ ਪਿਛੋਕੜ ਦੇਖਦੇ ਹਾਂ ਕਿ ਹੁਣ ਥੋੜੇ ਦਿਨ ਹੀ ਪਹਿਲਾਂ ਜਿਹੜੀ ਬਿਹਾਰ ਦੇ ਵਿੱਚ ਘਟਨਾ ਵਾਪਰ ਕੇ ਹਟੀ ਆ ਔਰ ਉਹਨੇ ਵੱਖਰੇ ਕਿਸਮ ਦਾ ਦੇਸ਼ ਦੇ ਵਿੱਚ ਇੱਕ ਮਾਹੌਲ ਖੜਾ ਕੀਤਾ ਆ। ਤੇ ਜਦੋਂ ਹੁਣ ਅਸੀਂ ਇਹਨਾਂ ਦਾ ਭਾਸ਼ਣ, ਜਦੋਂ ਮੈਂ ਜ਼ਿਕਰ ਵੀ ਕਰ ਹਟਿਆ ਕਿ ਜਦੋਂ ਅਸੀਂ ਡਿਵੈਲਪਮੈਂਟ ਦੀ ਉਹ ਲੋਕ ਆਉਂਦੇ ਆ ਜਿਹੜੇ ਦੇਸ਼ ਦੀ ਪ੍ਰੋਡਕਸ਼ਨ ਕਰਦੇ ਆ ਜਾਂ ਇਹਦੀ ਉਪਜ ਦੇ ਵਿੱਚ ਵਾਧਾ ਕਰਦੇ ਆ, ਫਿਰ ਉਹਨਾਂ ਦੇ ਵਿੱਚੋਂ ਜੇ ਇਹ ਹੁੰਦੇ ਆ ਤਾਂ ਫਿਰ ਉਹਨਾਂ ਵਿੱਚੋਂ ਕਿਸੇ ਵੀ ਦਾ ਉਹਨਾਂ ਨੇ ਨਾਂ ਨਹੀਂ ਲਿਆ, ਨਾ ਕਿਸਾਨਾਂ ਦਾ ਲਿਆ, ਨਾ ਉਹਨਾਂ ਨੇ ਮਜ਼ਦੂਰਾਂ ਦਾ ਲਿਆ, ਨਾ ਉਹਨਾਂ ਨੇ ਉਹ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ ਇਸ ਦੇਸ਼ ਨੂੰ ਸੰਭਾਲਣ। ਮਤਲਬ ਇਹ ਆ ਕਿ ਕਿਹਨਾਂ ਦੇ ਉੱਤੇ ਪਿਨ ਪੁਆਇੰਟ ਕੀਤਾ। ਇਹ ਗੱਲ ਜਿਹੜੀ ਨਾ ਵਿਸ਼ੇਸ਼ ਤੌਰ ਤੇ ਨੋਟ ਕਰਨ ਵਾਲੀ ਆ। ਔਰ ਦੂਸਰੀ ਗੱਲ ਇਹ ਕਿ ਇਸ ਸਟੇਜ ਦੇ ਉੱਤੇ ਇਸ ਤਰ੍ਹਾਂ ਕਹਿਣਾ ਬਿਨਾਂ ਇਹ ਜ਼ਿਕਰ ਕੀਤੇ ਤੋਂ ਕਿ ਅਸੀਂ ਇਹ ਕਿਹਾ ਸੀ ਕਿ 2 ਕਰੋੜ ਲੋਕਾਂ ਨੂੰ ਹਰ ਸਾਲ ਰੋਜ਼ਗਾਰ ਦੇਵਾਂਗੇ, ਉਹ ਕਿੰਨਾ ਦੇ ਹੋਇਆ। ਔਰ ਇਹ ਕਿਹਾ ਸੀਗਾ ਕਿ ਜਦੋਂ 75ਵੀਂ ਵਰ੍ਹੇਗੰਢ ਆਏਗੀ ਤਾਂ ਕੋਈ ਐਸਾ ਪਰਿਵਾਰ ਨਹੀਂ ਹੋਏਗਾ ਜਿਹਦੇ ਕੋਲ ਆਪਣਾ ਪੱਕਾ ਘਰ ਨਹੀਂ ਹੋਏਗਾ। ਉਹਦਾ ਕੋਈ ਜ਼ਿਕਰ ਨਹੀਂ ਹੈ, ਬੇਰੁਜ਼ਗਾਰੀ ਦਾ ਕੋਈ ਜ਼ਿਕਰ ਨਹੀਂ, ਮਹਿੰਗਾਈ ਦੀ ਤਾਂ ਗੱਲ ਹੀ ਤੁਸੀਂ ਛੱਡ ਦਿਓ। ਔਰ ਫੈਡਰਲਿਜ਼ਮ ਵੱਲ ਨੂੰ ਉਹਨਾਂ ਨੇ ਫੈਡਰਲਿਜ਼ਮ ਦਾ ਜਿਹੜਾ ਨਾ ਜ਼ਿਕਰ ਕੀਤਾ ਹੈਗਾ, ਉਹ ਫੈਡਰਲਿਜ਼ਮ ਕਿੱਥੋਂ ਉਹ ਮਜ਼ਬੂਤ ਹੋ ਜਾਏਗਾ ਜੇ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ, ਜਿਹਦੇ 'ਚ GST ਦਾ ਮੇਨ ਰੋਲ ਹੈਗਾ ਕਿ ਕਿੱਥੇ ਗਿਆ ਉਹ ਸਟੇਟਾਂ ਦਾ ਹਿੱਸਾ ਔਰ ਉਹਦਾ ਅਸੀਂ ਅੱਗੋਂ ਤੋਂ ਕੀ ਕਰਾਂਗੇ, ਇੱਕ ਫੈਡਰਲ ਸਿਸਟਮ ਨੂੰ ਕਿੱਦਾਂ ਮਜ਼ਬੂਤ ਕਰਾਂਗੇ। ਕਿਉਂਕਿ ਲੋਕਾਂ ਦੀ ਭਾਵਨਾ ਹੈਗੀ ਆ, ਇਸ ਕਰਕੇ ਉਹਦਾ ਜ਼ਿਕਰ ਕਰਨਾ ਜਿਹੜਾ ਨਾ ਉਹ ਜ਼ਰੂਰੀ ਸਮਝਿਆ ਗਿਆ। ਸੋ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਇਹ ਕਹਿਣਾ ਕਿ ਮੈਂ ਕਰਪਸ਼ਨ ਜਿਹੜੇ ਆ ਨਾ ਲੋਕਾਂ ਔਰ ਬਹੁਤ ਅੱਛਾ, ਔਰ ਇਹ ਇਸ ਗੱਲ ਤੇ ਉਹਨਾਂ ਦੀ ਸਿਫਤ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਜੀ ਦੀ ਕਿ ਉਹ ਇੰਨੇ ਅੱਛੇ ਔਰੇਟਰ ਨੇ ਕਿ ਸੁਣਨ ਵਾਲੇ ਨੂੰ ਕੀਲ ਲੈਂਦੇ ਆ ਕਿ ਉਹ ਫਿਰ ਉਹ ਕੋ ਹੋਰ ਸੋਚਣ ਦੇ ਦੂਜੇ ਪਾਸੇ ਦਾ ਧਿਆਨ ਨਹੀਂ ਜਾਂਦਾ ਜਦੋਂ ਬੋਲਦੇ ਹੁੰਦੇ ਆ। ਲੇਕਿਨ ਉਹ ਕਹਿ ਇਹ ਰਹੇ ਸੀ ਕਿ ਮੈਂ ਹੁਣ ਇਸ ਨੂੰ ਮਜ਼ਬੂਤੀ ਦੇ ਨਾਲ ਲਵਾਂਗਾ ਦਾ ਮੈਨਾ ਇਹ ਸੀਗਾ ਕਿ ਸ਼ਾਇਦ ਉਹਨਾਂ ਸਾਰਿਆਂ ਦੀ ਵਾਰੀ ਆ ਜਾਵੇ ਜਿਹੜੀ ਬਗਾਵਤ ਕਰਨ ਨੂੰ ਜਿਹੜੇ ਨਾ ਰਾਹ ਪਏ ਹੋਏ ਆ, ਜਿਹੜੇ BJP ਤੋਂ ਦੂਰ ਜਾਣਾ ਚਾਹੁੰਦੇ ਆ, ਉਹਨਾਂ ਦੇ ਲਈ ਇੱਕ ਕਿਸਮ ਦਾ ਇਹ ਇੰਡੀਕੇਸ਼ਨ ਹੈ ਕਿ ਕਰਪਸ਼ਨ ਦੇ ਮਸਲੇ ਜਦੋਂ ਕਹਿੰਦੇ। ਦੂਜਾ ਇਹ ਗੱਲ ਕਿ ਇਹ ਅੰਦਰ ਉਹਨਾਂ ਦੇ ਕਿਸ ਤਰ੍ਹਾਂ ਦਾ ਇਹ ਮਾਮਲਾ ਚੱਲਿਆ, ਉਹ ਲੋਕ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਰਹਿੰਦੇ ਹੋਏ ਉਹ ਸਾਰੇ ਕੰਮ ਕਰਦੇ ਰਹੇ ਜਿਨ੍ਹਾਂ ਨੂੰ ED ਦਾ ਡਰ ਲੱਗਦਾ ਸੀ, ਉਹ ਛੱਡ ਕੇ ਭਾਰਤੀ ਜਨਤਾ BJP ਦੇ ਵਿੱਚ ਉਹ ਚਲੇ ਗਏ। ਔਰ ਹੈਰਾਨੀ ਦੀ ਗੱਲ ਇਹ ਆ ਕਿ ਜਿਨ੍ਹਾਂ ਨੂੰ ਉਹ ਛੱਡ ਕੇ ਗਏ ਆ ਉਹ ਤਾਂ ਬੋਲਣ ਕਿ ਜਿਹੜੇ ਸਾਡੇ ਚੋਂ ਗਏ ਸੀਗੇ ਉਹ ਇਸ ਕਰਕੇ ਗਏ ਆ ਕਿ ਉਹ ਇਹੋ ਜਿਹੇ ਕਰਤੂਤ ਜਿਹੜੇ ਕਰਦੇ ਰਹੇ ਆ, ਉਹ ਕਰਪਸ਼ਨ ਕਰਦੇ ਰਹੇ। ਲੇਕਿਨ ਉਹ ਨਹੀਂ, ਉਹ ਜਿਹੜੇ ਵਿਰੋਧੀ ਹੈਗੇ ਆ ਉਹਨਾਂ ਨੂੰ ਕਰਪਟ ਉਹ ਇੱਕ ਪੱਕੇ ਤੌਰ ਤੇ ਲੇਬਲ ਲੱਗ ਗਿਆ ਕਿ ਜਿਹੜੇ ਵਿਰੋਧੀ ਹੈਗੇ ਆ ਉਹੀ ਕਰਪਟ ਨੇ, ਜਿਹੜੇ ਇੱਧਰ ਆ ਗਏ ਆ ਉਹ ਕੋਈ ਕਰਪਟ ਨਹੀਂ ਹੈ। ਦੂਸਰਾ ਇਹ ਗੱਲ ਕਿ ਭਾਈ ਭਤੀਜਾਵਾਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਇਹ ਪਰਿਵਾਰਵਾਦ ਦੀ ਗੱਲ ਕਰਦੇ, ਜਦੋਂ ਪਰਿਵਾਰਵਾਦ ਸ਼ਬਦ ਕਿਹਾ ਜਾਂਦਾ ਤਾਂ ਸਿੱਧਾ ਨਿਸ਼ਾਨਾ ਹੁਣ ਅੱਜ ਦੀ ਡੇਟ ਦੇ ਵਿੱਚ ਉਹ ਕਾਂਗਰਸ ਦੇ ਉੱਤੇ ਹੁੰਦਾ ਹੈ। ਔਰ ਉਹ ਕਾਂਗਰਸ ਦਾ ਮੈਨਾ ਇਹ ਕਿ ਰਾਹੁਲ ਗਾਂਧੀ, ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਗੋਂ ਇੰਦਰਾ ਗਾਂਧੀ ਜੀ, ਉਸ ਤੋਂ ਬਾਅਦ ਰਾਜੀਵ ਗਾਂਧੀ, ਉਸ ਤੋਂ ਬਾਅਦ ਫਿਰ ਹੁਣ ਪਰਿਵਾਰ ਜਿਹੜਾ ਇਸ ਵੇਲੇ ਉਹ ਕਰ ਰਿਹਾ ਹੈ, ਜਿਹੜਾ ਕਾਂਗਰਸ ਨੂੰ ਕੰਟਰੋਲ ਕਰ ਰਿਹਾ। ਉਹ ਕਾਂਗਰਸ ਦਾ ਆਪਣਾ ਬੇਸ ਕਿੰਨਾ ਕੁ ਰਹਿ ਗਿਆ ਹੈਗਾ, ਜਿੰਨਾ ਵੀ ਉਹ ਰਹਿ ਗਿਆ ਉਹਦੇ ਵਿੱਚ ਇਹੀ ਡਰ ਸਤਾ ਰਿਹਾ ਕਿ ਨੈਸ਼ਨਲ ਪਾਰਟੀ ਹੈ ਜਿਹੜੀ ਉਹ ਇੱਕੋ ਹੀ ਰਹਿ ਗਈ ਆ। ਜੇ ਲੋਕਾਂ ਨੇ ਸ਼ਿਫਟ ਮਾਰਨੀ ਹੋਈ, ਜੇ ਲੋਕਾਂ ਨੇ ਆਪਣਾ ਹੋਣਾ ਦਿਖਾਉਣਾ ਹੋਇਆ ਤਾਂ ਉਹ ਇੱਕ ਨੰਬਰ ਦੇ ਉੱਤੇ ਨੈਸ਼ਨਲ ਪਾਰਟੀ ਉਹਨਾਂ ਦਾ ਧਿਆਨ ਜਾਏਗਾ। ਫਿਰ ਉਹਨਾਂ ਦੇ ਨਾਲ ਜਿਹੜੀਆਂ ਸਟੇਟਾਂ ਦੀਆਂ ਪਾਰਟੀਆਂ ਆ, ਜਿਹੜੀਆਂ ਰੀਜਨਲ ਪਾਰਟੀਆਂ ਨੇ, ਉਹ ਪਹਿਲਾਂ ਸਭ ਤੋਂ ਪਹਿਲਾਂ ਕੰਮ ਹੀ ਰੀਜਨਲ ਪਾਰਟੀਆਂ ਨੇ ਸ਼ੁਰੂ ਕੀਤਾ ਸੀਗਾ ਕਿ ਏਕਤਾ ਕਰੀਏ ਜੇ ਅਸੀਂ ਆਪਣੀਆਂ ਸਟੇਟਾਂ ਦੇ ਹਿੱਤਾਂ ਦੀ ਰਾਖੀ ਕਰਨੀ ਆ। ਔਰ ਹੁਣ ਉਹਨਾਂ ਦਾ ਬਿਹਾਰ ਨੇ ਸਾਬਤ ਕਰ ਦਿੱਤਾ ਕਿ ਉਹ ਹੁਣ ਇੱਕ ਜਗ੍ਹਾ ਜਿਹੜੀ ਨਾ ਉਹ ਜੁੜਨ ਦਾ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ। ਲੋਕਾਂ ਦੀਆਂ ਆਕਾਂਖਸ਼ਾਵਾਂ ਕਿੱਦਾਂ ਨਹੀਂ। ਸੋ ਇਸ ਕਰਕੇ ਇਹ ਆ ਕਿ ਪਰਿਵਾਰਵਾਦ ਦੇ ਉੱਤੇ ਸਿੱਧਾ ਹਮਲਾ ਦਾ ਮੈਨਾ ਬੜਾ ਸਿੱਧਾ ਹੈਗਾ, ਔਰ ਜਿਹੜਾ ਕਰਪਸ਼ਨ ਨੂੰ ਖਤਮ ਕਰਨ ਦਾ ਮਾਮਲਾ ਹੈਗਾ ਆ ਉਹ ਵੀ ਬੜਾ ਸਿੱਧਾ ਹੈਗਾ ਕਿ ਵੀ ਇਹ ਹੁਣ ਜ਼ਿਆਦਾ ਤੇਜ਼ ਹੋਏਗਾ ਉਹ ਪ੍ਰੋਸੈਸ ਜਿਹੜਾ ਪਹਿਲਾਂ ਚੱਲ ਚੁੱਕਿਆ ਹੈਗਾ, ਜਿਹਦਾ ਕਿ ਇਹ ਕਿਹਾ ਜਾ ਰਿਹਾ ਕਿ ED ਨੇ 3000 ਫਾਈਲਾਂ ਖੋਲੀਆਂ ਜਾਂ 3000 ਕੇਸ ਆ ਜਿਹੜੇ ਆਪਣੇ ਹੱਥ ਲਏ, ਜਿਨ੍ਹਾਂ ਦੇ ਵਿੱਚੋਂ 23 ਹੀ ਸਫਲ ਹੋਏ ਹਨਾ। ਸੋ ਇਸ ਕਰਕੇ ਉਹ ਜਿਹੜਾ ਸਿਲਸਿਲਾ ਵੀ ਸ਼ੁਰੂ ਹੋਊਗਾ। ਸੋ ਇਸ ਤਰ੍ਹਾਂ ਕਰਕੇ ਬੜਾ ਇਹਨੂੰ ਇਹ ਮੌਕੇ ਦੇ ਉੱਤੇ ਦੇਸ਼ ਦੀਆਂ ਪ੍ਰਾਪਤੀਆਂ, ਦੇਸ਼ ਦੀਆਂ ਮੁਸ਼ਕਲਾਂ
ਨੂੰ ਇਹ ਕਿਵੇਂ ਅਸੀਂ ਹੱਲ ਕਰਾਂਗੇ, ਉਹ ਇੱਕ ਦੱਸਣ ਦਾ ਇੱਕ ਮੰਚ ਹੈ ਇਹ, ਜਿਹੜਾ ਪੂਰੇ ਦੇਸ਼ ਵੱਲੋਂ ਪ੍ਰਧਾਨ ਮੰਤਰੀ ਜੀ ਨੇ ਪੇਸ਼ ਕਰਨਾ ਹੁੰਦਾ ਹੈਗਾ। ਉਹ ਜਿਸ ਤਰ੍ਹਾਂ ਇਹ ਪਿਛਲੇ 15 ਮਿੰਟ ਜਿਹੜੇ ਨਾ, ਉਹਨਾਂ ਨੂੰ ਬਾਰ-ਬਾਰ ਜੇ ਸੁਣਿਆ ਜਾਏ ਤਾਂ ਉਹ ਸਾਨੂੰ ਬੜਾ ਕਲੀਅਰ ਹੋਏਗਾ ਕਿ ਅਸਲ ਦੇ ਵਿੱਚ 2024 ਨੂੰ ਸਾਹਮਣੇ ਰੱਖ ਕੇ ਇਹ ਇੱਕ ਉਹਨਾਂ ਦਾ ਪਲਾਨ ਜਿਹੜਾ ਨਾ ਉਹ ਸਾਹਮਣੇ ਨਜ਼ਰ ਆਉਂਦਾ ਆ, ਹਨਾ, ਔਰ ਉਸ ਉੱਤੇ ਕੰਮ ਕਰਨਗੇ। ਸੋ ਇਹ ਜਿਹੜੀ ਹੈ ਨਾ ਗੱਲ ਮੈਨੂੰ 2 ਵਾਰੀ ਸੁਣਨ ਤੋਂ ਬਾਅਦ ਸਮਝ ਲੱਗੀ। ਪ੍ਰੋਫੈਸਰ ਤੁਸੀਂ ਸ਼ਾਇਦ ਜਾਣਾ ਵੀ ਹੈ ਤਾਂ ਉਹਦੇ ਵਿੱਚ ਆਪਣੇ ਕੋਲ ਸਮਾਂ ਵੀ ਥੋੜਾ ਹੈਗਾ, ਤੁਸੀਂ ਸੰਖੇਪ ਚ ਹੋਰ ਜੋ ਇਸ ਬਾਰੇ ਕਹਿਣਾ ਹੈਗਾ ਜੋ ਕੱਲ ਦੇ ਭਾਸ਼ਣ ਦੇਖੋ, ਮੈਂ ਤਾਂ ਜਿੰਦੂ ਸਾਹਿਬ ਇੱਕ ਗੱਲ ਕਹਿਣਾ, ਫਰੈਂਕਲੀ ਸਪੀਕਿੰਗ, ਕਿ ਪ੍ਰਧਾਨ ਮੰਤਰੀ ਨੂੰ 8 ਸਾਲ ਹੋ ਗਏ ਭਾਸ਼ਣ ਦਿੰਦੇ ਇਸ ਓਕੇਜ਼ਨ ਦੇ ਉੱਪਰ। ਉਹਨਾਂ 8 ਸਾਲਾਂ ਦੇ ਵਿੱਚ ਜੋ ਵਾਅਦੇ ਕੀਤੇ ਗਏ, ਜੋ ਗੱਲ ਕੀਤੀ ਗਈ, ਉਹ ਸਾਰੇ ਦੀ ਪੜਚੋਲ ਕਰਨੀ ਚਾਹੀਦੀ ਹੈ ਕਿ ਕਿਆ ਵਾਕਈ ਲਾਲ ਕਿਲੇ ਦੇ ਉੱਪਰ ਜਿਹੜਾ ਭਾਸ਼ਣ ਹੁੰਦਾ ਉਹਦਾ ਕੋਈ ਮੀਨਿੰਗ ਹੈ ਜਾਂ ਕੇਵਲ ਫੋਕੀਆਂ ਗੱਲਾਂ। ਇਸ ਕਰਕੇ ਮੈਂ ਫੇਰ ਕਹਾਂਗਾ ਕਿ ਪਿਛਲੇ 8 ਸਾਲ ਦੇ ਵਿੱਚ ਜੋ ਕੁਝ ਉਲੀਕਿਆ ਗਿਆ ਲੋਕਾਂ ਵਾਸਤੇ, ਅੱਛੇ ਦਿਨ ਤੋਂ ਲੈ ਕੇ GST, ਡੀਮੋਨੇਟਾਈਜੇਸ਼ਨ, ਆਪਣੇ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਸਹਾਰਾ ਲੈ ਕੇ ਸੈਂਟਰਲਾਈਜੇਸ਼ਨ ਕਰਨੀ ਟੋਟਲ, ਔਰ ਕੋਆਪਰੇਟਿਵ ਫੈਡਰਲਿਜ਼ਮ ਕਹਿ ਕੇ ਕੁਆਰਸਿਵ ਫੈਡਰਲਿਜ਼ਮ ਜਿਹੜੀ ਹੈਗੀ ਹੈ, ਉਸ ਚੀਜ਼ ਨੂੰ ਅੱਗੇ ਵਧਣਾ, ਸੈਂਟਰਲ ਏਜੰਸੀਜ਼ ਆਪਣੀ ਕਾਰਪੋਰੇਟ ਦਾ ਵਧਾਵਾ, ਲੋਕਾਂ ਦਾ ਪੈਸੇ ਲੈ ਕੇ ਇੱਥੋਂ ਭੱਜਣਾ, ਸਾਰੀਆਂ ਚੀਜ਼ਾਂ ਦੀ ਪੜਚੋਲ ਹੋਣੀ ਚਾਹੀਦੀ ਹੈ। ਔਰ ਇਹਦੇ ਉੱਪਰ ਤਾਂ ਵਾਈਟ ਪੇਪਰ ਆਪੋਜੀਸ਼ਨ ਨੂੰ ਪੇਸ਼ ਕਰਨਾ ਚਾਹੀਦਾ ਹੈ ਕਿ ਵੀ 8 ਸਾਲਾਂ 'ਚ ਆਹ ਕੁਝ ਹੋਇਆ, ਕਿਹਾ ਗਿਆ ਆਹ ਕੁਝ ਹੋਇਆ। ਇਸ ਕਰਕੇ ਗਰਾਊਂਡ ਲੈਵਲ ਤੇ ਜਦ ਤੱਕ ਤੁਸੀਂ ਇਹਨਾਂ ਚੀਜ਼ਾਂ ਦੀ ਪੜਚੋਲ ਨਹੀਂ ਕਰੋਗੇ, ਉਸ ਵੇਲੇ ਤੱਕ ਤਾਂ ਇਹ ਸਿਰਫ ਫੋਕੀਆਂ ਗੱਲਾਂ ਨੇ, ਇਸ ਤੋਂ ਇਲਾਵਾ ਕੁਝ ਨਹੀਂ ਹੈ। ਇਹ ਚਾਹਨਾ ਤੁਸੀਂ ਇਹਦੇ ਬਾਰੇ ਕੋਈ ਕਹਿਣਾ ਸੰਖੇਪ ਚ, ਆਪਣੇ ਕੋਲ ਸਮਾਂ ਵੀ ਥੋੜਾ। ਹਾਂ, ਨਹੀਂ, ਇਹਨੇ ਬਸ ਇੰਨਾ ਹੀ ਜਿਹੜਾ ਇਹਨਾਂ ਨੇ ਆਖਰ ਦੇ ਵਿੱਚ ਪੁਆਇੰਟ ਕਰ, ਜਿਹੜੀ ਆਪੋਜੀਸ਼ਨ ਪਾਰਟੀਆਂ ਆ ਜਿਨ੍ਹਾਂ ਨੂੰ ਇਹ ਨਿੱਠ ਕੇ ਮਸਲੇ ਸਾਹਮਣੇ ਲਿਆਉਣੇ ਚਾਹੀਦੇ ਆ ਲੋਕਾਂ ਦੇ, ਉਹ ਉਸ ਪਾਸੇ ਨਹੀਂ ਤੁਰੀਆਂ ਹੋਈਆਂ, ਹਨਾ, ਔਰ ਬੜਾ ਲੇਟ ਪ੍ਰੋਸੈਸ ਸ਼ੁਰੂ ਕੀਤਾ। ਜੇ ਉਹਨਾਂ ਨੇ ਕੀਤਾ ਵੀ ਤਾਂ ਅਜੇ ਵੀ ਲੋਕਾਂ ਦੇ ਮਸਲਿਆਂ ਨੂੰ ਉਹਨਾਂ ਸਾਰਿਆਂ ਨੂੰ ਉਭਾਰ ਕੇ ਲੋਕਾਂ ਦੇ ਸਾਹਮਣੇ ਲਿਆਵੇ, ਜਿਹੜੇ ਇਹਨਾਂ ਨੇ ਵਾਅਦਾ ਕੀਤੇ ਸੀਗੇ, ਔਰ ਉਹਨਾਂ ਨੂੰ ਯਾਦ ਕਰਾਵੇ ਲੋਕਾਂ ਨੂੰ ਕਿ ਵੀ ਵਾਅਦੇ ਆਹ ਕੀਤੇ ਗਏ ਸੀਗੇ ਤੇ ਸਰਕਾਰ ਜਿਹੜੀ ਹੈ ਨਾ ਉਹ ਕਿੱਥੋਂ ਤੱਕ ਵਾਅਦੇ ਪੂਰੇ ਕਰਨ 'ਚ ਕਾਮਯਾਬ ਹੋਈ ਹੈ ਜਾਂ ਨਹੀਂ ਹੋਈ। ਔਰ ਇਹ ਆਪੋਜੀਸ਼ਨ ਦਾ ਕੰਮ ਹੁੰਦਾ ਹੈ, ਇਹ ਉਹਨਾਂ ਦੀ ਜ਼ਿੰਮੇਵਾਰੀ ਵੀ ਆ। ਔਰ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਰੋਲ ਬਣਦਾ ਹੈ ਆਪੋਜੀਸ਼ਨ ਦਾ, ਉਹ ਅਜੇ ਉਸ ਲੈਵਲ ਦੇ ਉੱਤੇ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ। ਲੋਕਾਂ ਦੀਆਂ ਜਿਹੜੀਆਂ ਇੱਛਾਵਾਂ ਨੇ, ਲੋਕਾਂ ਨੇ ਜਿਹੜੀਆਂ ਉਮੀਦਾਂ ਲਾਈਆਂ ਹੋਈਆਂ ਨੇ, ਉਹਨਾਂ ਦੇ ਅਨੁਕੂਲ ਨਹੀਂ ਹੈ। ਉਹਨਾਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ। ਇੱਥੇ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਹੋਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਚਾਹਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਡਾਕਟਰ ਜੀ, ਮਿਹਰਬਾਨੀ।